ਅੱਜ ਉਹਨਾਂ ਨਾਲ ਗੱਲਬਾਤ ਕਰਨ ਦਾ ਜਿਹੜਾ ਸਬਬ ਬਣ ਰਿਹਾ ਹੈ ਉਹਦਾ ਇੱਕ ਵਿਸ਼ੇਸ਼ ਮਕਸਦ ਹੈ ਕਿ ਨੌਜਵਾਨ ਨੇ, ਐਨਰਜੈਟਿਕ ਨੇ, NRI ਨੇ ਔਰ ਕਿਸਾਨੀ ਸੰਘਰਸ਼ ਦੇ ਨਾਲ ਦਰਦ ਰੱਖਣ ਵਾਲੇ NRI ਨੇ। ਕਿਸਾਨੀ ਸੰਘਰਸ਼ ਦੇ ਨਾਲ ਉਹ ਇਸ ਕਦਰ ਜੁੜੇ ਹੋਏ ਨੇ ਕਿ ਉਹ ਵਿਸ਼ੇਸ਼ ਕਰਕੇ ਆਪਣਾ ਇੱਥੋਂ ਵਾਲਾ ਕੰਮਕਾਰ ਛੱਡ ਕੇ ਭਾਰਤ ਦਾ ਗੇੜਾ ਕੱਢ ਕੇ ਆਏ ਨੇ। ਨਾ ਕੇਵਲ ਉਹਨੇ ਉੱਥੇ ਦਿੱਲੀ ਦੇ ਬਾਹਰ ਕਿਸਾਨੀ ਸੰਘਰਸ਼ ਦੇ ਵੱਖੋ ਵੱਖਰੇ ਰੰਗਾਂ ਨੂੰ ਅੱਖਾਂ ਦੇ ਨਾਲ ਤੱਕਿਆ, ਐਨਾਲਾਈਜ਼ ਕੀਤਾ, ਕੈਪਚਰ ਕੀਤਾ, ਲੇਕਿਨ ਇਸ ਤੋਂ ਇਲਾਵਾ ਉਹ ਭਾਰਤ ਦੇ ਬਹੁਤ ਸਾਰੇ ਸੂਬਿਆਂ ਦਾ ਗੇੜਾ ਵੀ ਕੱਢ ਕੇ ਆਏ ਨੇ ਆਪਣੀ ਟੀਮ ਦੇ ਨਾਲ। ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੈ। ਸੋ ਅਸੀਂ ਉਹਨਾਂ ਦੀਆਂ ਆਬਜ਼ਰਵੇਸ਼ਨਸ, ਉਹਨਾਂ ਦਾ ਵਿਊ ਪੁਆਇੰਟ ਲੈਣਾ ਚਾਹੁੰਦੇ ਹਾਂ। ਇੱਕ ਨੌਜਵਾਨ ਪ੍ਰੋਫੈਸ਼ਨਲ ਕਿਸ ਕਦਰ ਉਸ ਸੰਘਰਸ਼ ਨਾਲ ਜੁੜਿਆ ਹੋਇਆ ਹੈ ਔਰ ਉਸ ਸੰਘਰਸ਼ ਦੇ ਵੱਖੋ ਵੱਖਰੇ ਰੰਗਾਂ ਨੂੰ ਉਹ ਕਿਵੇਂ ਬਿਆਨ ਕਰੇਗਾ। ਕਰਨਵੀਰ ਸਿੰਘ ਸੇਖੋਂ ਸਾਡੇ ਮਹਿਮਾਨ ਨੇ ਅਤੇ ਉਹਨਾਂ ਦੇ ਨਾਲ ਅਗਰ ਤੁਸੀਂ ਕੋਈ ਗੱਲਬਾਤ ਕਰਨੀ ਹੋਈ ਅਸੀਂ ਲਾਈਨਾਂ ਵੀ ਖੋਲਾਂਗੇ। ਤੁਸੀਂ ਆਪਣਾ ਸਵਾਲ ਕਰਨਾ ਹੋਇਆ ਸਵਾਲ ਵੀ ਕਰਿਓ, ਲੇਕਿਨ ਅਜੇ ਨਾ ਫੋਨ ਕਰਿਓ। ਅਜੇ ਕੁਝ ਗੱਲਾਂ ਬਾਤਾਂ ਮੈਂ ਆਗਾਜ਼ ਕਰਦਾ ਅਤੇ ਤੁਸੀਂ ਬਾਅਦ 'ਚ ਰਲ ਜਿਓ। ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ, ਵੈਲਕਮ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਰਮਾਣਾ ਸਾਹਿਬ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਸੇਖੋ ਸਾਹਿਬ, ਦੱਸੋ ਸਾਨੂੰ, ਜਿੰਨਾ ਕਿ ਮੈਂ ਦੱਸਿਆ ਤੁਹਾਨੂੰ ਕਿ ਤੁਸੀਂ ਪ੍ਰੋਫੈਸ਼ਨਲ ਇੰਜੀਨੀਅਰ ਹੋ ਔਰ ਕੈਨੇਡਾ 'ਚੋਂ ਜਾਂ ਅਮਰੀਕਾ 'ਚੋਂ ਤੁਸੀਂ ਆਪਣਾ ਕੰਮਕਾਰ ਛੱਡ ਕੇ ਵਿਸ਼ੇਸ਼ ਇਸੇ ਮਕਸਦ ਦੇ ਨਾਲ ਕਿਸਾਨੀ ਐਜੂਟੇਸ਼ਨ ਦੇ ਨਾਲ ਜਾ ਕੇ ਜੁੜੇ ਕਿ ਤੁਸੀਂ ਦਰਦ ਰੱਖਦੇ ਹੋ, ਪਰਿਵਾਰ ਦੇ ਵਿੱਚ ਕਿਸਾਨੀ ਹੈ। ਹਾਂਜੀ, ਦੋਨੋਂ ਗੱਲਾਂ ਹੈਗੀਆਂ ਨੇ ਜੀ। ਸੋ ਵਿਸ਼ੇਸ਼ ਤੌਰ ਤੇ ਮੈਂ ਮੈਨੇਜਮੈਂਟ ਕੰਸਲਟੈਂਟ ਸੀਗਾ ਇੱਕ ਮਲਟੀਨੈਸ਼ਨਲ ਕਾਰਪੋਰੇਸ਼ਨ ਦੇ ਵਿੱਚ। ਸੋ ਆਈ ਯੂਜ਼ਡ ਟੂ ਵਰਕ ਵਿਦ ਡਿਫਰੈਂਟ ਗਵਰਨਮੈਂਟਸ। ਤੁਹਾਡੀ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਨਾਲ ਵੀ ਮੈਂ ਕੰਮ ਕਾਫੀ ਕੀਤਾ ਹੈਗਾ। ਤੇ 26 ਨਵੰਬਰ ਨੂੰ ਸਪੈਸੀਫਿਕਲੀ ਜਦੋਂ ਦਿੱਲੀ ਪਹੁੰਚੇ, ਆਪਣੇ ਕਿਸਾਨ ਕਾਫਲਾ ਜਿਹੜਾ ਪੰਜਾਬ ਤੋਂ ਚੱਲਿਆ, ਹਰਿਆਣਾ ਤੋਂ ਚੱਲਿਆ, ਸਾਰੇ ਬੈਰੀਕੇਡ, ਵਾਟਰ ਕੈਨਨ ਜਿਹੜੇ ਬਜ਼ੁਰਗਾਂ ਦੇ ਇਹਨਾਂ ਨੇ ਮਾਰੇ, ਡਿਸਪਾਈਟ ਉਹ ਮੁਸ਼ਕਲਾਂ ਦੇ ਉੱਤੇ ਜਦੋਂ ਪਹੁੰਚੇ ਤਾਂ ਮੈਂ ਧੰਨਵਾਦੀ ਹਾਂ ਜ਼ੀ ਟੀਵੀ ਦਾ ਬੇਸਿਕਲੀ, ਜਿਨ੍ਹਾਂ ਨੇ ਇਹ ਪ੍ਰੋਪੇਗੈਂਡਾ ਕੀਤਾ ਵੀ ਉਹਨਾਂ ਦੀ ਖਬਰ ਦਾ ਟੈਗ ਲਾਈਨ ਸੀਗਾ ਵੀ ਕਿਸਾਨ ਦੇਸ਼ ਦਾ ਦੁਸ਼ਮਣ ? ਸੋ ਉਹ ਜੇ ਖਬਰ ਨਾ ਚੱਲਦੀ ਤਾਂ ਮੈਨੂੰ ਲੱਗਦਾ ਬਹੁਤ ਲੋਕ ਸ਼ਾਇਦ ਸੰਗਠਿਤ ਨਾ ਹੁੰਦੇ ਮੇਰੇ ਵਰਗੀ। ਉਹ ਖਬਰ ਮੈਂ ਸੁਣੀ ਤੇ ਮੈਂ ਅੰਦਰੋਂ ਜਿਵੇਂ ਮੇਰੀ ਰੂਹ ਕੰਬ ਗਈ। ਉਹ ਤੋਂ ਬਾਅਦ ਫਿਰ ਮੈਂ ਸੌ ਨਹੀਂ ਸਕਿਆ ਕੈਨੇਡਾ ਦੇ ਵਿੱਚ, ਤੇ ਫਿਰ ਮੈਂ ਅਮਰੀਕਾ ਦੇ ਵਿੱਚ ਸੰਗਠਿਤ ਕੀਤਾ ਜਿੰਨਾ ਹੋ ਸਕਦਾ ਸੀ। ਪਹਿਲਾਂ ਆਟੋਵਾ ਗਿਆ, ਮੌਂਟਰੀਅਲ ਗਿਆ, ਟੋਰਾਂਟੋ ਦੇ ਵਿੱਚ। ਸੋ ਜੋ ਮੈਂ ਕਰ ਸਕਦਾ ਸੀ ਆਪਦੇ ਬੱਸ ਦੇ ਵਿੱਚ, ਉੱਥੇ ਥੋੜ੍ਹਾ ਮੋਬਿਲਾਈਜ਼ ਕਰਨ ਤੋਂ ਬਾਅਦ ਮੈਂ ਦਸੰਬਰ ਦੇ ਪਹਿਲੇ ਹਫ਼ਤੇ 'ਚ ਫਲੂ ਆਊਟ ਤੇ ਸਿੱਧਾ ਏਅਰਪੋਰਟ ਤੋਂ ਨਿਕਲਿਆ ਤੇ ਸਿੱਧਾ ਟਿੱਕਰੀ ਬਾਰਡਰ ਪਹੁੰਚਿਆ ਤੇ ਫਿਰ ਸਿੰਘੂ ਬਾਰਡਰ ਗਿਆ। ਤੇ ਮੈਨੂੰ ਮਤਲਬ 2-3 ਘੰਟਿਆਂ ਦੀ ਅਹਿਸਾਸ ਹੋ ਗਿਆ ਸੀ ਉਸ ਰਾਤ ਦੇ ਵਿੱਚ ਵੀ ਇੱਥੇ ਤਾਂ ਸਿੰਘਾਂ ਦੇ ਝੰਡੇ ਝੂਲ ਰਹੇ ਨੇ ਪੂਰੇ। ਮੈਂ ਹੁਣ ਸਿੰਘੂ ਬਾਰਡਰ ਨੂੰ ਸਿੰਘ ਬਾਰਡਰ ਹੀ ਕਹਿਣਾ ਉਹ ਤੋਂ ਬਾਅਦ। ਉੱਥੇ ਹੁਣ ਮੇਰੀ ਲੋੜ ਹੈ ਨਹੀਂ, ਕਿਉਂਕਿ ਮੇਰਾ ਜਿਹੜਾ ਸਪੈਸ਼ੈਲਿਟੀ ਹੈਗੀ ਹੈ ਉਹ ਹੈਗੀ ਹੈ ਕਮਿਊਨਿਟੀ ਬਿਲਡਿੰਗ। ਸੋ ਉੱਥੇ ਤਾਂ ਉਹਦੇ ਵਾਸਤੇ ਮੈਨੂੰ ਪ੍ਰੈਜ਼ੀਡੈਂਸ਼ੀਅਲ ਅਵਾਰਡ ਵੀ ਮਿਲਿਆ ਅਮਰੀਕਾ ਜਦੋਂ ਮੈਂ ਕਾਲਜ ਪੜ੍ਹਦਾ ਸੀਗਾ ਫॉर ਮਾਈ ਵਰਕ। ਤੇ ਹੁਣ ਮੈਨੂੰ ਸਮਝ ਆ ਗਿਆ ਸੀ ਵੀ ਇਹ ਦੋ ਜਗ੍ਹਾ ਤੇ ਮੇਰੀ ਕੋਈ ਲੋੜ ਹੈ ਨਹੀਂ, ਕਿਉਂਕਿ ਉੱਥੇ ਦਾ ਆਲਰੇਡੀ ਸਭ ਕੁਛ ਉਹਨਾਂ ਨੇ ਜਾਗ ਲਾਤਾ ਸੀਗਾ ਆਜ਼ਾਦੀ ਦਾ, ਤੇ ਵੀ ਆਪਣਾ ਸੰਘਰਸ਼ ਦਾ ਜਾਗ ਲਾਤਾ ਸੀ ਉਹਨਾਂ ਨੇ। ਸੋ ਫਿਰ ਮੇਰੇ ਦਿਮਾਗ 'ਚ ਆਇਆ ਗਾਜ਼ੀਪੁਰ ਵਾਲਾ ਬਾਰਡਰ, ਜਿੱਥੋਂ ਮੇਰੇ ਦੋਸਤ ਸ਼ਾਹਜਹਾਨਪੁਰ ਤੋਂ, ਉੱਤਰ ਪ੍ਰਦੇਸ਼ ਤੋਂ, ਬਾਂਡਾ ਤੋਂ ਸੀਗੇ। ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਸਿੱਖੋਂ ਵੀ ਨੀਡ ਯੂ ਹੇਅਰ, ਵੀ ਇੱਥੇ ਜ਼ਿਆਦਾ ਲੋੜ ਹੈਗੀ ਹੈ। ਪੰਜਾਬ ਵਾਲੇ ਬਾਰਡਰ ਤੇ ਤਾਂ ਆਲਰੇਡੀ ਬਹੁਤ ਸੇਵਾ ਹੋ ਰਹੀ ਹੈ। ਤੇ ਮੇਰੇ ਦਿਮਾਗ 'ਚ ਵੀ ਲੌਜਿਕ ਬਿਲਕੁਲ ਸਹੀ ਬਣਦਾ ਸੀ, ਕਿਉਂਕਿ ਪੋਲੀਟੀਕਲ ਅਵੇਅਰਨੈਸ ਦੇ ਹਿਸਾਬ ਨਾਲ ਮੈਂ ਸੋਚਿਆ ਵੀ 13 ਸੀਟਾਂ ਪੰਜਾਬ ਦੀਆਂ ਇਹਨਾਂ ਨੂੰ ਲੱਗਦਾ ਹੈਗਾ ਵੀ ਚਲੋ ਇਹ ਤਾਂ ਆਪਾਂ ਜਿੱਤਣੀਆਂ ਨਹੀਂ ਹੈਗੀਆਂ, ਤਾਂ ਖਾਲਿਸਤਾਨੀ ਨੇ ਸਾਰੇ। 10 ਸੀਟਾਂ ਹਰਿਆਣੇ ਦੀਆਂ MP ਦੀਆਂ ਨੇ, ਉਹ ਇਹਨਾਂ ਨੂੰ ਬਾਗੀ ਲੱਗਦੇ ਨੇ। ਪਰ ਦਿਲ ਦੀ ਰਾਣੀ ਇਹਨਾਂ ਦੀ 80 ਸੀਟਾਂ ਵਾਲੀ ਉੱਤਰ ਪ੍ਰਦੇਸ਼, ਵੀ ਇੱਥੇ ਸੰਘਰਸ਼ ਕਰਦੇ ਆ ਜਾ ਕੇ। ਸੋ ਮੈਂ ਆਪਦਾ ਸੰਘਰਸ਼ ਗਾਜ਼ੀਪੁਰ ਬਾਰਡਰ ਤੋਂ ਸ਼ੁਰੂ ਕੀਤਾ। ਜਦੋਂ ਤੁਸੀਂ ਦੱਸਿਆ ਕਿ ਜ਼ੀ ਟੀਵੀ ਨੇ ਕਵਰੇਜ ਕੀਤੀ, ਤੁਹਾਡਾ ਮਨ ਜਿਹੜਾ ਉਹ ਭਾਵੁਕ ਹੋ ਗਿਆ। ਤੁਸੀਂ ਇਹ ਅਹਿਦ ਕੀਤਾ ਕਿ ਤੁਸੀਂ ਦੇਸ਼ 'ਚ ਜਾਣਾ ਹੈ, ਧਰਤੀ ਦੇ ਨਾਲ ਜੁੜੇ ਹੋਏ ਉਹਨਾਂ ਲੋਕਾਂ ਦੇ ਨਾਲ ਖੜਨਾ ਹੈ। ਇਹ ਭਾਵੁਕ ਫੈਸਲਾ ਸੀਗਾ ਕਿ ਤੁਹਾਨੂੰ ਪਤਾ ਸੀਗਾ ਕਿ ਵਟ ਐਗਜ਼ੈਕਟਲੀ ਯੋਰ ਸਟ੍ਰੈਟਜੀ ਇਜ਼? ਦੇਖੋ ਜੀ, ਐਵੇਂ ਸੀਗਾ ਵੀ ਮੈਨੂੰ ਇਹ ਪਤਾ ਸੀਗਾ ਸ਼ੁਰੂ ਤੋਂ ਹੀ ਵੀ ਜਦੋਂ RSS ਤੋਂ ਅਕਾਲੀ ਦਲ ਅੱਡ ਹੋਊਗਾ ਜਿੱਦਾਂ ਉੱਦਾਂ, ਕਿਉਂਕਿ ਪੰਜਾਬ ਜਦੋਂ ਇਸ ਚੀਜ਼ ਵਿੱਚ ਕੁੱਦਿਆ, ਜਿਹੜੀ ਮੇਰੀ ਪੋਲੀਟੀਕਲ ਅਵੇਅਰਨੈਸ ਮੈਨੂੰ ਦੱਸਦੀ ਸੀ, ਉਹ ਦੱਸਦੀ ਸੀਗੀ ਵੀ ਨੈਰੇਟਿਵ ਇਹਨਾਂ ਨੇ ਬਿਲਡ ਕਰਤਾ ਪੰਜਾਬ ਦੇ ਅਗੇਂਸਟ। ਜਿਵੇਂ ਇਹਨਾਂ ਨੇ ਕਸ਼ਮੀਰ ਦੇ ਅਗੇਂਸਟ ਕੀਤਾ ਸੀਗਾ ਵੀ ਸਾਰਾ ਯੂਥ ਅਨਾਰਕਿਸਟ ਹੈ, ਸਾਰਾ ਯੂਥ ਗੈਰ ਜ਼ਿੰਮੇਵਾਰ ਹੈ, ਪੱਥਰਬਾਜ਼ ਹੈ, ਐਂਟੀ ਨੈਸ਼ਨਲ ਹੈਗਾ, ਠੀਕ ਹੈ ਨਾ। ਸੋ ਮੈਨੂੰ ਇਹ ਸੀਗਾ ਵੀ ਉਹ 84 ਵਾਲਾ ਟਾਈਮ ਹੁਣ ਆਉਣ ਦੇ ਕੁਛ ਜ਼ਿਆਦਾ ਫਰਕ ਨਹੀਂ ਰਹਿ ਗਿਆ। ਇਹਨਾਂ ਨੈਰੇਟਿਵ ਬਿਲਡ ਕਰੀ ਜਾਣਾ
ਤੇ ਜਦੀ ਅੰਦੋਲਨ ਖਤਮ ਹੋਇਆ ਕਿਸੇ ਬਹਾਨੇ ਨਾਲ ਪੰਜਾਬ 'ਚ ਮਿਲਟਰੀ ਮਾਨ ਨੂੰ ਵੜਨਾ ਤੇ ਯੂਨਿਟ ਟੈਰੀਟਰੀਆਂ ਬਣਾਉਣਗੇ, ਫਿਰ ਇਹ ਮਤਲਬ ਜਿਹੜੇ ਮੇਰੇ ਸੁਪਨੇ ਨੇ ਐਗਜ਼ੈਕਟਲੀ ਉਹੀ ਮੈਨੂੰ ਆਉਂਦੇ ਸੀ ਦਿਮਾਗ ਦੇ ਵਿੱਚ ਕਿ ਆਪਣੇ ਪੱਗਾਂ ਲਾ ਕੇ ਪਿੱਠਾਂ ਦੇ ਉੱਤੇ ਬੰਨਣਗੇ ਆਪਣੀਆਂ ਹੱਥ ਤੇ ਗੋਲੀਆਂ ਮਾਰ ਕੇ ਨਹਿਰਾਂ 'ਚ ਸੁੱਟਿਆ ਜਿਵੇਂ ਉਵੇਂ ਕਰਨਗੇ। ਸੋ ਮੌਤ ਮੈਂ ਨਿਸ਼ਚਿਤ ਆਪਦੇ ਮਤਲਬ ਕਰ ਲਈ ਸੀਗੀ ਵੀ ਪੰਜਾਬ ਦੇ ਯੂਥ ਨੂੰ ਅੱਜ ਵੀ ਮੈਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਘਰੇ ਬੈਠੇ ਆਲੂ ਦੇ ਪਰੌਂਠੇ ਖਾ ਰਹੇ ਹੋ ਪੰਜਾਬ ਦੇ ਵਿੱਚ, ਤੁਹਾਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਤੁਹਾਡੇ ਤੇ ਕਦੋਂ ਕੁਛ ਵੀ ਹੋ ਸਕਦਾ ਹੈਗਾ। ਮੈਨੂੰ ਇਹ ਲੱਗਦਾ ਪਰਸਨਲੀ, ਮੇਰਾ ਪਰਸਨਲ ਚੀਜ਼ ਹੈ ਵੀ ਜੇ ਤੁਸੀਂ ਮੌਤ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਹਨੂੰ ਬੰਨੋ, ਸਿਰ ਨੂੰ ਰੱਖੋ ਆਪਣੀ ਤਲੀ ਦੇ ਉੱਤੇ, ਠੀਕ ਹੈ, ਉਹ ਸਭਨਾਂ ਦੀ ਰੇਣੂਕਾ, ਸਾਰਿਆਂ ਦੀ ਧੂੜ ਬਣ ਕੇ ਪੈਰਾਂ ਦੀ ਕ੍ਰਾਂਤੀ ਕਰੋ ਪੂਰੇ ਕੰਟਰੀ ਦੇ ਵਿੱਚ। ਨਹੀਂ ਤਾਂ ਮਤਲਬ ਘਰੇ ਤਾਂ ਤੁਹਾਨੂੰ ਮਾਰਿਆ ਹੀ ਜਾਊਗਾ, ਤੁਸੀਂ ਸ਼ਹੀਦ ਹੋ ਕੇ ਮਰਨਾ ਜ਼ਿਆਦਾ ਬੈਟਰ ਹੈਗਾ ਇੰਡੀਆ ਦੇ ਵਿੱਚ ਕ੍ਰਾਂਤੀ ਕਰਦੇ ਹੋਏ। ਕਰਨਵੀਰ ਸਿੰਘ, ਜਦੋਂ ਤੁਸੀਂ ਇਹ ਅਹਿਦ ਕਰਕੇ ਭਾਰਤ ਚਲੇ ਗਏ, ਅਸੀਂ ਲਗਾਤਾਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਐਜੀਟੇਸ਼ਨ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਦੇ ਵੱਖੋ ਵੱਖਰੇ ਰੰਗ, ਅਪਸ ਐਂਡ ਡਾਊਨਸ ਐਂਡ ਐਵਰੀਥਿੰਗ। ਮਗਰੋਂ ਇੱਥੇ ਕੁਝ ਖਦਸ਼ੇ ਪੈਦਾ ਹੋ ਗਏ ਕਿ ਵੇਖਿਓ ਕਿਤੇ ਖਾਲਿਸਤਾਨੀ ਰੰਗ ਨਾ ਭਰ ਦਿਓ, ਵੇਖਿਓ ਕਿਤੇ ਖਾਲਿਸਤਾਨ ਦੀ ਗੱਲ ਨਾ ਕਰ ਦਿਓ। ਇਹਨਾਂ ਸ਼ੁੱਧ ਜਿਹੜਾ ਕਿ ਉਹਨਾਂ ਨੇਤਾਵਾਂ ਨੇ ਇਸ ਨੂੰ ਰੱਖਿਆ ਹੈਗਾ ਸੰਘਰਸ਼ ਨੂੰ, ਲੇਕਿਨ ਕੁਝ ਦ੍ਰਿਸ਼ ਐਸੇ ਪੈਦਾ ਹੋ ਗਏ ਨੋਇੰਗਲੀ ਔਰ ਅਨਨੋਇੰਗਲੀ ਜਿਹੜਾ ਕਿ ਮਿਹਣਾ ਬਣਦੇ ਜਾ ਰਹੇ ਸਨ। ਉਦੋਂ ਤੁਸੀਂ ਭਾਰਤ 'ਚ ਸੀਗੇ, ਕਿਵੇਂ ਸੋਚ ਰਹੇ ਸੀ ਬਾਹਰਲੇ ਮੁਲਕਾਂ ਦੇ ਇਹਨਾਂ ਵਿਖਾਵਿਆਂ ਨੂੰ? ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੀ। ਮੈਂ ਜਦੋਂ ਗਿਆ ਪਹਿਲਾਂ, ਮੈਂ ਜੇ ਤੁਸੀਂ ਦੇਖੋਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸੀ ਸਰਕਾਰ ਨੂੰ, ਤੇ ਮੈਂ ਉਦੋਂ ਇੱਕ ਜਿਵੇਂ ਆਈ ਲਵ ਨਿਊਯਾਰਕ ਦਾ ਸਟਿੱਕਰ ਹੁੰਦਾ ਤੇ ਉਵੇਂ ਇੱਕ ਮੈਂ ਸਟਿੱਕਰ ਬਣਾਇਆ ਆਈ ਲਵ ਕਿਸਾਨ ਦਾ। ਉਹ ਵਾਇਰਲ ਹੋ ਗਿਆ ਪੂਰੇ ਉੱਤਰ ਪ੍ਰਦੇਸ਼ ਦੇ ਵਿੱਚ। ਵੱਡੇ ਤੋਂ ਵੱਡੇ ਨੇਤਾ ਉੱਥੇ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਉਸ ਸਟਿੱਕਰ ਦੇ ਵਿੱਚ ਆਪਦੇ ਦਿਲ ਦੇ ਵਿੱਚ ਫੋਟੋ ਵੀ ਲਾ ਲਈ। ਪਰ ਮੈਨੂੰ ਇਹ ਪਤਾ ਸੀਗਾ ਵੀ ਹੁਣ ਜਿਵੇਂ 26 ਜਨਵਰੀ ਆ ਰਹੀ ਹੈ, ਚੀਜ਼ਾਂ ਆ ਰਹੀਆਂ, ਸਰਕਾਰ ਸਾਜ਼ਿਸ਼ਾਂ ਖੇਡ ਰਹੀ ਹੈ ਖਾਲਿਸਤਾਨ ਵਾਲੀਆਂ ਚੀਜ਼ਾਂ। ਫਿਰ ਅਸੀਂ ਨਾਰਾ ਬਣਾਇਆ ਵੀ ਸਭ ਸੇ ਉੱਪਰ ਰੱਖेंगे ਦੇਸ਼ का झंडा, ਪੂਰਾ ਕਰਕੇ रहेंगे ਕਿਸਾਨ ਏਜੰਡਾ। ਇਹ ਦੋ ਲਾਈਨਾਂ ਦੇ ਵਿੱਚ ਅਸੀਂ ਪੂਰਾ ਅੰਦੋਲਨ ਦੀ ਸਪਿਰਿਟ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਵੀ ਨਾ ਤਾਂ ਕੋਈ ਖਾਲਿਸਤਾਨੀ ਹੈ, ਨਾ ਕੋਈ ਨਕਸਲੀ ਹੈ, ਨਾ ਕੋਈ ਪਾਕਿਸਤਾਨੀ ਹੈ, ਠੀਕ ਹੈ ਨਾ, ਕਿਉਂਕਿ ਇਹ ਤਿੰਨ ਚੀਜ਼ਾਂ ਮੇਨ ਨੇ। ਇਹਨਾਂ ਨੂੰ ਸਰਟੀਫਿਕੇਟ ਮੰਨਣ ਦੀ ਆਦਤ ਹੈ ਇੰਡੀਅਨ ਸਰਕਾਰ ਨੂੰ। ਜੇ ਤੁਸੀਂ ਟੋਪੀ ਪਾ ਕੇ ਹੱਕ ਮੰਗ ਲਿਆ ਤਾਂ ਤੁਸੀਂ ਪਾਕਿਸਤਾਨੀ ਹੋ, ਜੇ ਤੁਸੀਂ ਪੱਗ ਬੰਨ੍ਹ ਕੇ ਹੱਕ ਮੰਗ ਲਿਆ ਤੁਸੀਂ ਖਾਲਿਸਤਾਨੀ ਹੋ, ਚਾਹੇ ਤੁਸੀਂ ਪਹਿਲਾਂ ਕਿੰਨਾ ਵੀ ਕੁਛ ਕਰ ਚੁੱਕੇ ਹੋ ਦੇਸ਼ ਵਾਸਤੇ। ਜੇ ਤੁਸੀਂ ਮਤਲਬ ਹਿੰਦੂ ਹੋ, ਠੀਕ ਹੈ ਨਾ, ਜੇ ਤੁਸੀਂ ਆਦੀਵਾਸੀ ਹੋ, ਤੁਸੀਂ ਸ਼ਹਿਰ ਦੇ ਵਿੱਚ ਨਹੀਂ ਰਹਿੰਦੇ, ਤੁਹਾਡੀ ਜ਼ਮੀਨ ਦੇ ਵਿੱਚ ਆ ਕੇ ਇਹਨਾਂ ਨੇ ਉਹ ਲਾ ਦੇਣਾ ਹੈਗਾ ਬੋਰਡ ਵੀ ਅਸੀਂ ਤੁਹਾਡੀ ਜ਼ਮੀਨ ਦੱਬ ਲਈ, ਤੁਹਾਨੂੰ ਜ਼ਮੀਨ ਤੋਂ ਕੱਢ ਦੇਣਗੇ, ਤੁਸੀਂ ਆਪਦਾ ਹੱਕ ਮੰਗ ਲਿਆ, ਤੁਸੀਂ ਨਕਸਲਾਈਟ ਹੋ। ਜੇ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੇ ਤੁਹਾਡੀ ਇਹਨਾਂ ਨੇ ਦੁਕਾਨ ਦੱਬ ਲਈ, ਤੁਹਾਨੂੰ ਹੋਰ ਕੁਝ ਇਹਨਾਂ ਨੇ ਪ੍ਰੋਬਲਮ ਕ੍ਰੀਏਟ ਕੀਤੀ ਤੁਹਾਡੇ ਵਾਸਤੇ, ਫਿਰ ਤੁਸੀਂ ਹੱਕ ਮੰਗ ਲਿਆ, ਤੁਸੀਂ ਅਰਬਨ ਨਕਸਲੀ ਹੋ, ਤਾਂ ਸਰਟੀਫਿਕੇਟ ਮੰਨਣ ਦੀ ਆਦਤ ਤਾਂ ਸਰਕਾਰ ਦੀ ਹੈਗੀ ਹੋ ਹੈ। ਸੋ ਇਹਦੇ ਉੱਤੇ ਇਹਨਾਂ ਨੂੰ ਨੈਸ਼ਨਲਿਜ਼ਮ ਦਾ ਮਤਲਬ ਹੀ ਨਹੀਂ ਪਤਾ, ਰਾਸ਼ਟਰਵਾਦ ਦਾ ਇਹਨਾਂ ਨੇ ਇਤਿਹਾਸ ਪੜ੍ਹਿਆ ਨਹੀਂ। ਜੇ ਇਹਨਾਂ ਨੇ ਪਹਿਲਾਂ ਦੱਸਿਆ ਹੁੰਦਾ ਆਪਾਂ ਨੂੰ ਤਾਂ ਸ਼ਾਇਦ ਇਹਨਾਂ ਦਾ ਵੋਟ ਵੀ ਨਹੀਂ ਪਾਉਣੀ ਲੋਕਾਂ ਨੇ। ਲੋਕਾਂ ਨੂੰ ਇਹਨਾਂ ਨੈਸ਼ਨਲਿਜ਼ਮ ਏਜੰਡੇ ਦੇ ਉੱਤੇ, ਜਿਹੜਾ ਕਿ ਏਜੰਡਾ ਨੈਸ਼ਨਲਿਜ਼ਮ ਇਹਨਾਂ ਦਾ ਬਿਲਕੁਲ ਫੇਕ ਹੈ। ਮੈਂ ਕਹਿੰਦਾ ਵੀ ਹਰੇਕ ਬੰਦਾ ਨੈਸ਼ਨਲਿਜ਼ਮ ਦਾ ਐਸੇ ਹੈ ਰਵਿੰਦਰਨਾਥ ਟੈਗੋਰ ਦਾ ਗੂਗਲ ਕਰੋ, ਪੜ੍ਹੋ, ਤੁਹਾਨੂੰ ਪਤਾ ਲੱਗੂਗਾ ਵੀ ਇਨਸਾਨੀਅਤ ਉੱਤੇ ਹੈ ਕਿ ਨੈਸ਼ਨਲਿਜ਼ਮ ਉੱਤੇ ਹੈ। ਜੀ ਹੋਲਡ ਕਰਕੇ ਰੱਖਿਓ ਸੇਖੋ ਸਾਹਿਬ, ਹੋਲਡ ਕਰਕੇ ਰੱਖਿਓ। ਕਰਨਵੀਰ ਸਿੰਘ ਸੇਖੋ ਹੋਣੀ ਸਾਡੇ ਮਹਿਮਾਨ ਨੇ, ਤੇ ਮੈਂ ਬੇਨਤੀ ਕਰਾਂ ਜੇਕਰ ਅਸੀਂ ਇਹਨਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਸੀਂ ਇਹਨਾਂ ਨਾਲ ਕੋਈ ਸਵਾਲ ਕਰਨਾ ਚਾਹੋ। ਇੱਕ ਨੌਜਵਾਨ ਇੱਕ ਅਹਿਦ ਕਰਕੇ ਆਪਣੀ ਚੰਗੀ ਨੌਕਰੀ ਛੱਡ ਕੇ ਜਦੋਂ ਉਸ ਧਰਤੀ ਤੇ ਪੁੱਜਾ ਤੇ ਉਹਨੇ ਸਾਰੇ ਦੇਸ਼ ਦਾ ਬਰਮਨ ਵੀ ਕੀਤਾ ਅਤੇ ਕੀ ਕੁਝ ਖੱਟ ਕੇ ਲੈ ਕੇ ਆਂਦਾ ਉਸਨੇ, ਉਹਦੀਆਂ ਆਬਜ਼ਰਵੇਸ਼ਨਸ, ਉਹਦੇ ਆਪਣੇ ਜਿਹੜੇ ਅੱਖ ਦੇ ਨਾਲ ਵੇਖੇ ਹੋਏ ਸਾਰੇ ਦ੍ਰਿਸ਼ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ। ਔਰ ਸਾਡਾ ਨੰਬਰ ਇੱਥੇ ਹੈਗਾ ਹੈ, ਮੈਨੂੰ ਟੈਕਸਟ ਆ ਰਹੇ ਨੇ ਦੂਰੋਂ ਨੇੜਿਓਂ, ਕਿਉਂਕਿ ਅਸੀਂ ਫੇਸਬੁੱਕ ਲਾਈਵ ਵੀ ਕਰ ਰਹੇ ਹਾਂ। ਤੁਸੀਂ ਕਾਲ ਕਰ ਸਕਦੇ ਹੋ, ਸਵਾਲ ਕਰ ਸਕਦੇ ਹੋ ਕਰਨਵੀਰ ਹੋਣਾ ਨੂੰ। ਔਰ 6042040600 ਸਾਡਾ ਨੰਬਰ ਹੈ, 604-204-0600। ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਪਰਤਦੇ ਵਾਪਸ ਆ ਕੇ।
ਨੌਜਵਾਨ ਕਰਨਵੀਰ ਸਿੰਘ ਸੇਖੋਂ ਸਾਹਿਬ ਸਾਡੇ ਮਹਿਮਾਨ ਨੇ। ਹੀ ਇਜ਼ ਅ ਯੰਗ ਪ੍ਰੋਫੈਸ਼ਨਲ NRI ਜਿਹੜੇ ਕਿ ਭਾਰਤ ਦੀ ਵਿੱਚ ਚੱਲ ਰਹੀ ਕਿਸਾਨ ਐਜੀਟੇਸ਼ਨ ਦੇ ਬਹੁਤ ਸਾਰੇ ਰੰਗ ਸਮੇਟ ਕੇ ਲੈ ਕੇ ਆਏ ਨੇ ਆਪਣੀਆਂ ਯਾਦਾਂ ਦੇ ਵਿੱਚ ਸਾਡੇ ਨਾਲ ਉਹ ਸਾਰਾ ਕੁਝ ਸਾਂਝਾ ਕਰ ਰਹੇ ਨੇ। ਕਾਲਸ ਲੈਣੀ ਸ਼ੁਰੂ ਕਰਦੇ ਹਾਂ। ਡਾਕਟਰ ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ। ਰਮਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਾਣਾ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਛੋਟੇ ਵੀਰ ਨੂੰ ਜਿਹੜਾ ਏਡਾ ਵੱਡਾ ਕੰਮ ਕਰ ਰਿਹਾ। ਬਾਕੀ ਮੇਰਾ ਕੁਐਸਚਨ ਇਹ ਆ ਵੀ ਮੈਨੂੰ ਪਤਾ ਨਹੀਂ ਇਹ ਬੇਸਡ ਕਿੱਥੇ ਆ, BC ਬੇਸਡ ਆ ਜਾਂ ਆਪਣੇ ਹੋਰ ਕਿਤੇ ਤੇ ਇਹਨਾਂ ਦਾ ਬੇਸ ਆ, ਪਰ ਜਿਹੜਾ ਆਪਾਂ ਇੰਡੀਆ ਦੇ ਮੀਡੀਆ ਨੂੰ ਕ੍ਰਿਟੀਸਾਈਜ਼ ਕਰਦੇ ਹਾਂ, ਜਿਹੜਾ ਇੱਥੇ ਦਾ ਆਪਣਾ ਲੋਕਲ ਮੀਡੀਆ ਉਹ ਵੀ ਬੋਥ ਵੇਜ਼ ਐਂਟੀ ਫਾਰਮਰ ਮੂਵਮੈਂਟ ਚੱਲ ਰਿਹਾ। ਭਾਵੇਂ ਉਹ ਇੱਕ ਤਾਂ ਸ਼ਰੇਆਮ ਫਾਰਮਰ ਦੇ ਅਗੇਂਸਟ ਚੱਲ ਰਿਹਾ, ਦੂਜਾ ਇਸ ਤਰ੍ਹਾਂ ਚੱਲ ਰਿਹਾ ਪ੍ਰੋਜੈਕਟ ਕਰਕੇ ਵੀ ਇਹ ਮੂਵਮੈਂਟ ਜਿਹੜੀ ਆ ਇੱਕ ਸਿੱਖਾਂ ਦੀ ਮੂਵਮੈਂਟ ਹੈ, ਉਹ ਜਿਹੜਾ ਕਿ ਗੌਰਮੈਂਟ ਦਾ ਪਹਿਲੋਂ ਤੋਂ ਟਰੈਂਡ ਸੀ ਵੀ ਇਹਨੂੰ ਬਣਾਇਆ ਜਾਵੇ। ਉਹਨੂੰ ਆਪਾਂ ਕਿੱਦਾਂ ਕਾਊਂਟਰ ਕਰ ਸਕਦੇ, ਇਹਦੇ ਬਾਰੇ ਡੈਫੀਨੇਟਲੀ ਵਿਚਾਰ ਦੇ ਕੇ ਜਾਣ ਚਾਹੀਦਾ ਜੀ। ਇੱਕ ਹੋਰ ਕਾਲ ਲੈ ਲਈਏ। ਰਾਜਸਥਾਨੀ ਸਾਹਿਬ ਸਵਾਲ ਕਰਿਓ। ਹਾਂਜੀ ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਇਹਨਾਂ ਨੂੰ ਸਤਿ ਸ੍ਰੀ ਅਕਾਲ, ਬਹੁਤ ਬਹੁਤ ਪਿਆਰ, ਹਾਰਦਿਕ ਪਿਆਰ ਬਜ਼ੁਰਗ ਆਦਮੀ। ਮੈਂ ਕਰਮਜੀਤ ਹੋਣਾ ਨੂੰ ਲੰਮੀ ਉਮਰ ਕਰੇ, ਇਹਨਾਂ ਦੀ ਗਾਂ ਵੀ ਸੰਘਰਸ਼ ਚੱਲਦਾ ਰਹੇ ਜੀ। ਤੇ ਇਹਨਾਂ ਨੇ ਆਪਣਾ ਜੀਵਨ ਦਾਨ ਕੀਤਾ ਕਿ ਕਹਿੰਦਾ ਮੈਨੂੰ ਆਂਸੂ ਆ ਗਏ, ਰੋਣ ਆ ਗਿਆ, ਤੇ ਸਾਡਾ ਵੀ ਮਨ ਪਿਘਲ ਗਿਆ ਇਸ ਗੱਲ ਤੇ। ਇਹ ਤਾਂ ਮੇਰਾ ਸੀਗਾ ਇਹਨਾਂ ਨਾਲ ਹਮਦਰਦੀ, ਤੇ ਤੁਹਾਡੇ ਨਾਲ ਵੀ ਬਹੁਤ ਤੁਸੀਂ ਟਾਕ ਸ਼ੋ ਲਿਆਂਦਾ, ਇਹਨੂੰ ਕੀਤੀ ਗੱਲਬਾਤ। ਤੇ ਦੂਜਾ ਮੇਰਾ ਇਹ ਹੁੰਦਾ ਵੀ ਦੇਖੋ ਇਹ ਜਿਹੜਾ ਤਾਂ ਅੱਧਾ ਕਮੈਂਟ ਮੈਨੂੰ ਦੇ ਦਿਓ, ਕੋਈ ਗੱਲ ਨਹੀਂ। ਚੌਧਰੀ ਚਰਨ ਸਿੰਘ ਨੇ ਪ੍ਰਧਾਨ ਮੰਤਰੀ ਬਣਨ ਵਾਸਤੇ ਲੋਕ ਦਲ ਬਣਾਇਆ ਸੀਗਾ, ਉਹ ਤਾਂ ਚਲੋ ਛੱਡੋ, ਵੀ ਵੋਟਾਂ ਲੈ ਲੈਂਦੇ ਸੀ ਲੋਕ ਵੀ ਕਿਸਾਨਾਂ ਦੀਆਂ। ਹੁਣ ਜਿਹੜਾ ਇਹ ਯੂਨੀਅਨ ਬਣੀ ਹੈਗੀ ਆ ਲੈਸ ਰਾਜਨੀਤੀ ਤੋਂ, ਇਹ ਲੀਡਰ ਹੈ ਨਹੀਂ ਵਿੱਚ ਕੋਈ ਦੂਜਾ ਜਿੱਦਾਂ ਪਾਰਟੀਆਂ ਦਾ। ਭਾਰਤੀ ਕਿਸਾਨ ਯੂਨੀਅਨ, ਜਿੱਦਾਂ ਮੈਂ ਇਹਨਾਂ ਨੂੰ ਪੁੱਛਦਾ ਵੀ ਤੁਸੀਂ ਉੱਥੋਂ ਆਏ, ਮੈਂ ਤਾਂ ਗਿਆ ਨੀਗਾ, ਮੈਂ ਜਾਣਾ ਸਵੇਰੇ ਪਾਸੋਂ, ਤੇ ਵੀ ਕੀ ਪੂਰੀ ਤੌਰ ਤੇ ਜਿਹੜੀ ਕਿਸਾਨ ਯੂਨੀਅਨ ਪਾਰਟੀ ਜਿੱਦਾਂ ਟਰੱਕ ਯੂਨੀਅਨ ਹੈਗੀ ਆ, ਜਿੱਦਾਂ ਇੱਥੇ ਟੀਚਰਾਂ ਦੀ ਯੂਨੀਅਨ ਹੈਗੀ, ਕਿਸਾਨ ਯੂਨੀਅਨ ਪੂਰੀ ਬਣ ਚੁੱਕੀ ਹੈਗੀ ਆ? ਜੀ ਸੇਖੋਂ ਸਾਹਿਬ, ਦੋ ਸਵਾਲ ਨੇ ਕਿ ਬਾਹਰਲਾ ਮੀਡੀਆ ਇਹਦੀ ਪੁਣਛਾਣ ਕਿਵੇਂ ਕਰਦਾ ਹੈ, ਇਹਦੇ ਬਾਰੇ ਕੋਈ ਤੁਹਾਡਾ ਕੋਈ ਵਿਚਾਰ ਹੋਵੇ, ਤੇ ਦੂਜਾ ਸਵਾਲ। ਹਾਂਜੀ, ਸੋ ਨੈਰੇਟਿਵ ਬਿਲਡਿੰਗ ਵਾਲੀ ਗੱਲ ਦੇ ਉੱਤੇ ਆਪਾਂ ਗੱਲ ਕਰ ਰਹੇ ਸੀ, ਤੇ ਹਰੇਕ ਯੁਵਾ ਦੀ ਆਈ ਥਿੰਕ ਮੁੱਖ ਰਿਸਪੌਂਸਿਬਿਲਿਟੀ ਮੈਂ ਵਾਰੀ ਕਹਿ ਚੁੱਕਿਆ, ਕਿਉਂਕਿ ਹੁਣ ਜਿਹੜਾ ਟਾਈਮ ਹੈਗਾ ਉਹ ਕੋਈ 80s ਵਾਲਾ ਨਹੀਂ ਰਿਹਾ, 90s ਵਾਲਾ ਨਹੀਂ ਰਿਹਾ ਵੀ ਨੈਸ਼ਨਲ ਮੀਡੀਆ ਕੋਈ ਇਨਫਲੂਐਂਸ ਕਰ ਸਕਦਾ ਕਿਸੇ ਵੀ ਅੰਦੋਲਨ ਨੂੰ। ਸਿਰਫ ਇਹ ਗੱਲ ਨਹੀਂ ਇਸ ਅੰਦੋਲਨ ਦੀ, ਹੋਰ ਵੀ ਚਾਹੇ ਜਿਵੇਂ ਬਲੈਕ ਲਾਈਵ ਮੈਟਰ ਮੂਵਮੈਂਟ ਹੋਈ ਅਮਰੀਕਾ ਦੇ ਵਿੱਚ, ਹੁਣ ਇਸ ਟਾਈਮ ਵੀ ਮੈਂ ਬੋਸਟਨ ਬੈਠਾ, ਅਸੀਂ ਵੱਡੇ ਤੋਂ ਵੱਡੇ ਪੂਰੇ ਇੰਸਟੀਟਿਊਸ਼ਨ ਜਿਹੜੇ ਹੈਗੇ ਨੇ ਫਾਰਮਿੰਗ ਰਿਲੇਸ਼ਨ ਨਾਲ, ਚਾਹੇ ਕੋਈ ਕਾਂਗਰਸਮੈਨ ਨੇ, ਸੈਨੇਟਰਸ ਨੇ, ਅਸੀਂ ਮੋਬਿਲਾਈਜ਼ ਕਰ ਰਹੇ ਹਾਂ। ਸੋ ਮੀਡੀਆ ਨੂੰ ਜ਼ਿਆਦਾ ਵੇਟੇਜ ਨਾ ਦਈਏ, ਕਿਉਂਕਿ ਜਿਹੜੇ ਦੁਨੀਆ ਭਰ ਦੇ ਵਿੱਚ ਲੋਕ ਨੇ ਸਾਰੇ ਇੰਨੇ ਸਿਆਣੇ ਹੋ ਚੁੱਕੇ ਨੇ, ਫਰੀਡਮ ਆਫ ਸਪੀਚ ਇੰਨੀ ਵੱਧ ਚੁੱਕੀ ਹੈ, 5 ਜਾਂ 10 ਮਿੰਟਾਂ ਦੇ ਵਿੱਚ ਉਹ ਹਿਸਾਬ ਲਾ ਲੈਂਦੇ ਵੀ ਖਬਰ ਸੱਚੀ ਹੈ ਕਿ ਝੂਠੀ ਹੈ। ਸੋ ਇਹਨਾਂ ਨੇ ਜੋ ਵੀ ਖਬਰ ਦੇਣੀ ਹੈ ਉਹ ਉਹਨਾਂ ਦਾ ਕੰਮ ਹੈ, ਠੀਕ ਹੈ ਨਾ। ਉਹਨਾਂ ਦੀ ਵਿਊਅਰਸ਼ਿਪ ਤੇ ਫਰਕ ਪਊਗਾ, ਉਹਨਾਂ ਦੇ ਆਡੀਅנס ਤੇ ਫਰਕ ਪਊਗਾ, ਲੋਕਾਂ ਨੂੰ ਆਪੇ ਪਤਾ ਲੱਗ ਜੂਗਾ ਸੱਚ ਬੋਲਦੇ ਨੇ ਝੂਠ ਬੋਲਦੇ ਨੇ। ਸੋ ਸੱਚ ਨਹੀਂ ਹਮੇਸ਼ਾ ਜਿੱਤਣਾ, ਝੂਠ ਦੇ ਕੋਈ ਪੈਰ ਨਹੀਂ ਹੁੰਦੇ। ਦੂਜੀ ਗੱਲ, ਜੇ ਤੁਹਾਨੂੰ ਕੋਈ ਚੀਜ਼ ਲੱਗਦੀ ਹੈ ਸਪੈਸੀਫਿਕਲੀ ਵੀ ਆਹ ਚੀਜ਼ ਗਲਤ ਹੈ, ਤਾਂ ਆਪਦੀ ਆਵਾਜ਼ ਨੂੰ ਬੁਲੰਦ ਕਰੋ, ਤੇ ਤੁਸੀਂ ਉਹਨਾਂ ਨੂੰ ਅਕਾਊਂਟੇਬਲ ਹੋਲਡ ਕਰੋ, ਮੀਡੀਆ ਵਾਲਿਆਂ ਨੂੰ, ਚੈਨਲ ਦੇ, ਉਹਨਾਂ ਨੂੰ ਈਮੇਲ ਕਰੋ, ਉਹਨਾਂ ਦੇ ਵੀਡੀਓਜ਼ ਤੇ ਕਮੈਂਟ ਕਰੋ, ਉਹਨਾਂ ਨੂੰ ਦੱਸੋ ਵੀ ਤੁਸੀਂ ਝੂਠ ਬੋਲ ਰਹੇ ਹੋ ਰਿਸਪੈਕਟਫੁਲ ਤਰੀਕੇ ਨਾਲ। ਕਿਉਂਕਿ ਸੱਤਿਆਗ੍ਰਹਿ ਇੱਕ ਪੂਰੀ ਕਨਵਰਸੇਸ਼ਨ ਦੇ ਵਿੱਚ ਵਾਰੀ ਮੈਂ ਸ਼ਾਇਦ ਸ਼ਬਦ ਨੂੰ ਬੋਲੂੰਗਾ ਵੀ ਸੱਤਿਆਗ੍ਰਹਿ ਇੱਕ ਇਹੋ ਜਿਹਾ ਸ਼ਬਦ ਹੈ ਜਿਹਨੇ ਜੇ ਉਹ ਸ਼ਬਦ ਦੇ ਉੱਤੇ ਪਹਿਰਾ ਦੇ ਲਿਆ ਤਾਂ ਅੰਦੋਲਨ ਆਪਾਂ ਜਿੱਤਾਂਗੇ। ਤੇ ਮਤਲਬ ਜਿਹਨੇ ਉਹ ਸ਼ਬਦ ਤੇ ਪਹਿਰਾ ਦੇ ਕੇ ਅੰਦੋਲਨ ਕੀਤਾ ਹੈ ਪੂਰੇ ਦੇਸ਼ ਦੇ ਵਿੱਚ ਜਾਂ ਪੂਰੇ ਵਿਸ਼ਵ ਦੇ ਵਿੱਚ, ਉਸ ਨੂੰ ਕੋਈ ਹਰਾ ਨਹੀਂ ਸਕਿਆ ਹੈਗਾ। ਸੋ ਦੂਸਰੇ ਕਾਲਰ ਦਾ ਕਹਿਣਾ ਸੀਗਾ ਕਿ ਉੱਥੋਂ ਦੀ ਜਿਹੜੀ ਯੂਨੀਅਨ ਹੈਗੀ ਆ, ਯੂਨਿਟੀ ਬਰਕਰਾਰ ਹੈ ਕਿ ਕਿਵੇਂ ਤਰੇੜਾਂ ਨੇ? ਬਿਲਕੁਲ ਸਰ, ਇਹ ਪਹਿਲਾਂ ਤਾਂ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਥੈਂਕ ਯੂ ਹੈਗਾ ਵੀ ਆਸ਼ੀਰਵਾਦ ਵਾਸਤੇ, ਤੋਂ ਉਹਨਾਂ ਦੇ ਆਸ਼ੀਰਵਾਦ ਨਾਲ ਬਜ਼ੁਰਗਾਂ ਦੇ ਹੀ ਅੰਦੋਲਨ ਚੱਲ ਰਿਹਾ ਹੈਗਾ, ਕਿਉਂਕਿ ਉਹਨਾਂ ਦੀ ਸੋਚ ਸਮਝ ਨੇ ਹੀ ਯੁਵਾ ਦੇ ਜੋਸ਼ ਨਾਲ ਮਿਲ ਕੇ ਅੱਗੇ ਰਸਤਾ ਬਣਾਉਣਾ ਚੀਜ਼ਾਂ ਵਾਸਤੇ। ਤੇ ਜਿਹੜੀ ਯੂਨਿਟੀ ਹੈਗੀ ਹੈ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਣੇ ਦੇਸ਼ ਦੇ ਚਾਹੇ ਕੋਈ ਵੀ ਸੂਬਾ ਚੱਕ ਲਓ, ਤਾਮਿਲਨਾਡੂ ਦੇ ਵਿੱਚ ਆਈ ਥਿੰਕ 100 ਤੋਂ ਵੱਧ ਕਿਸਾਨ ਯੂਨੀਅਨ ਨੇ, ਪੰਜਾਬ ਦੇ ਵਿੱਚ 32 ਨੇ। ਤੋਂ ਪਹਿਲਾਂ ਦਾ ਸਲਾਮ ਹੈਗਾ ਸਰਦਾਰ ਗੁਰਨਾਮ ਸਿੰਘ ਚੜੂਨੀ ਸਾਹਿਬ ਨੂੰ, ਮੈਂ ਸਪੈਸ਼ਲੀ ਮੈਂਸ਼ਨ ਕਰਦਾ ਹਾਂ, ਪੂਰਾ ਹਰਿਆਣਾ ਇੱਕ ਭਾਰਤੀ ਕਿਸਾਨ ਯੂਨੀਅਨ ਥੱਲੇ ਜੋੜਿਆ। ਸੋ ਜਿੰਨੇ ਭਾਰਤੀ ਕਿਸਾਨ ਯੂਨੀਅਨ ਦੇ ਅੱਡ ਗਰੁੱਪਸ ਨੇ ਉਹ ਸਾਰੇ ਇਕੱਠੇ ਫੰਕਸ਼ਨ ਕਰਦੇ ਨੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਤੇ ਉਹਦੇ ਬੈਨਰ ਦੇ ਅੰਦਰ। ਸੋ ਯੂਨਿਟੀ ਪੂਰੀ ਬਰਕਰਾਰ ਹੈ। ਬਟ ਇੱਕ ਹੈਗਾ ਭਾਰਤੀ ਕਿਸਾਨ ਸੰਘ, ਇਹ ਨਾਮ ਨੋਟ ਕਰ ਲਓ, ਇਹ ਕਹਿੰਦੇ ਨੇ ਸਾਡੇ ਨਾਲ 25 ਲੱਖ ਕਿਸਾਨ ਜੁੜਿਆ ਹੋਇਆ ਹੈ। ਇਹ RSS ਦੇ ਅੰਡਰ 50
ਤੋਂ 60 ਆਰਗੇਨਾਈਜੇਸ਼ਨਾਂ ਕੰਮ ਕਰ ਰਹੀਆਂ ਨੇ ਇਸ ਟਾਈਮ ਤੇ ਆਫੀਸ਼ੀਅਲੀ, ਠੀਕ ਹੈ ਨਾ। ਭਾਰਤੀ ਕਿਸਾਨ ਸੰਘ ਉਹਨਾਂ ਦਾ ਪੋਲੀਟੀਕਲ ਆਊਟਫਿਟ ਹੈ। ਤੁਸੀਂ ਗੂਗਲ ਕਰ ਲਓ, ਮੇਰੀ ਗੱਲ ਦਾ ਵਿਸ਼ਵਾਸ ਨਾ ਕਰਿਓ, ਕਿਉਂਕਿ ਇਹਨਾਂ ਨੇ ਸਮਾਜਿਕ ਮਖੌਟਾ ਪਾਇਆ ਕਿਸਾਨਾਂ ਦੀ ਸੇਵਾ ਕਰਨ ਵਾਸਤੇ। ਅਸੀਂ ਉਹਨਾਂ ਦੇ ਆਫਿਸ 'ਚ ਗਏ, ਉਹਨਾਂ ਨੂੰ ਕਿਹਾ ਔਨ ਰੈਕਰਡ ਸਾਨੂੰ ਉਹਦੀ ਪੋਜੀਸ਼ਨ ਦੱਸੋ। ਉਹਨਾਂ ਨੇ ਔਨ ਰੈਕਰਡ ਆਉਣ ਤੋਂ ਮਨਾ ਕੀਤਾ, ਬਟ ਉਹ ਬਹੁਤ ਰਿਸਪੈਕਟਫੁਲ ਸੀ ਸਾਡੇ ਨਾਲ। ਉਹਨਾਂ ਨੇ ਸਾਨੂੰ ਕੋਈ ਬਦਤਮੀਜ਼ੀ ਨਹੀਂ ਕੀਤੀ ਤੇ ਸਾਡੇ ਨਾਲ ਉਹਨਾਂ ਨੇ ਆਪਦਾ ਪੱਖ ਰੱਖਿਆ। ਸੇਖੋ ਸਾਹਿਬ ਆਪਣੇ ਕੋਲ ਨਾ 1.5 ਮਿੰਟ, ਆਪਣਾ 1.5 ਮਿੰਟ ਬਚਦਾ ਹੈ ਖਬਰਾਂ ਤੱਕ, ਫਿਰ ਖਬਰਾਂ ਤੋਂ ਬਾਅਦ ਵੀ ਆਪਾਂ ਕੰਟੀਨਿਊ ਕਰਾਂਗੇ। ਅਗਰ 1 ਮਿੰਟ ਦੇ ਵਿੱਚ ਤੁਸੀਂ ਟੱਚ ਕਰੋਗੇ ਕਿ ਜਿਹੜੇ ਨੌਜਵਾਨ ਨੇ ਜਿਹੜੇ ਗਰਮ ਖਿਆਲੀ ਕਹਿ ਲਓ ਜਾਂ ਇਹ ਕਹਿ ਲਓ ਕਿ ਉਹ ਥੋੜ੍ਹਾ ਜਿਹਾ ਹਟ ਕੇ ਚੱਲੇ, ਜਾਂ ਇਹ ਕਹਿ ਲਓ ਕਿ ਲਾਂਭਾ ਉਹਨਾਂ ਦੇ ਸਿਰ ਹੋ ਗਿਆ, ਉਹਨਾਂ ਬਾਰੇ ਵੀ ਕਮੈਂਟ ਕਰਿਓ ਕਿ ਜਦੋਂ ਤੁਸੀਂ ਹੁਣ ਤਾਜ਼ੇ ਆਏ ਹੋ ਉੱਥੇ, ਹੁਣ ਉਹਨਾਂ ਬਾਰੇ, ਲੱਖੇ ਬਾਰੇ, ਦੀਪ ਬਾਰੇ ਜਾਂ ਹੋਰ ਕੁਝ ਐਸੇ ਜਿਹੜੇ ਉਹਦੇ ਸੰਗੀ ਸਾਥੀ ਨੇ, ਆਮ ਕਰਕੇ ਲੋਕ ਕੀ ਕਹਿ ਰਹੇ ਨੇ। ਸਰ ਮੈਂ ਇਹ ਕਹਿਣਾ ਹੈਗਾ, ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਹੈ, ਜਦੋਂ ਸਾਰੇ ਰਸਤੇ ਬੰਦ ਹੋ ਜਾਣ ਉਦੋਂ ਤੁਸੀਂ ਸੰਘਰਸ਼ ਦਾ ਰਸਤਾ, ਜ਼ੁਲਮ ਨਾਲ ਟਾਕਰੇ ਦਾ ਰਸਤਾ ਲੈਂਦੇ ਹੋ। ਇਹ ਯੂਥ ਦੀ ਕੋਈ ਮਦਦ ਕਿਉਂ ਨਹੀਂ ਕਰ ਰਿਹਾ? ਭੈਣ ਨੌਦੀਪ ਕੌਰ ਨੂੰ 45 ਦਿਨ ਲੱਗੇ ਨੇ ਬਾਹਰ ਆਉਣ ਨੂੰ। ਸੋ ਮੈਂ ਸ਼ੁਕਰੀਆ ਅਦਾ ਕਰਦਾ ਆਪਣੇ ਜਿਹੜੇ ਲਾਇਰ ਨੇ, ਯੂਆ ਹਰਿੰਦਰ ਬੈਂਸ ਭਾਜੀ ਦਾ, ਵੀ ਉਹਨਾਂ ਨੇ ਹੈਲਪ ਕੀਤੀ। ਸੋ ਕਹਿਣ ਤੋਂ ਭਾਵ ਆਪਦੀ ਲੜਾਈ ਆਪ ਹੀ ਲੜਨੀ ਹੁਣ ਯੁਵਾ ਨੇ। ਸਾਡੀ ਕੋਈ ਨੇਤਾ ਹੈਲਪ ਕਿਉਂ ਨਹੀਂ ਕਰ ਰਿਹਾ ਹੈਗਾ? ਜੇ ਉਹਨਾਂ ਦੀ ਕੋਈ ਹੈਲਪ ਕਰੇ। ਨਾਲੇ ਇਹ ਯੁਵਾ ਰੈਲੀਆਂ ਜਿਹੜੀਆਂ ਹੋ ਰਹੀਆਂ ਨੇ, ਚਾਹੇ ਜਿੱਥੇ ਵੀ ਹੋ ਰਹੀਆਂ ਨੇ, ਉਹਦੇ ਵਿੱਚ ਕਿਸਾਨਾਂ ਦੇ ਖਿਲਾਫ ਕੋਈ ਗੱਲ ਹੋਈ ਹੈ? ਕਿਸੇ ਲੀਡਰ ਨੂੰ ਨਿਸ਼ਾਨੇ ਤੇ ਲਿੱਤਾ ਹੈ? ਇਹ ਗੱਲ ਉਹ ਵੱਖਰੀ ਹੈ ਵੀ ਉਹ ਖੋਲਣ ਤੇ ਜੇ ਪਰਤਾਂ ਆ ਜਾਣ ਤਾਂ ਬਹੁਤ ਪਰਤਾਂ ਖੋਲ ਸਕਦੇ ਨੇ, ਤੇ ਕੋਈ ਵੀ ਯੁਵਾ ਖੋਲ ਸਕਦਾ। ਪਰ ਕੋਈ ਯੁਵਾ ਕਿਸੇ ਕਿਸਾਨ ਨੇਤਾ ਦੇ ਖਿਲਾਫ ਕੁਝ ਬੋਲ ਰਿਹਾ, ਜੇ ਆਪਦੀ ਪ੍ਰੋਟੈਕਸ਼ਨ ਨਹੀਂ ਕਰਾਂਗੇ ਅਸੀਂ ਤਾਂ ਫਿਰ ਕਿਵੇਂ ਚੱਲੂਗਾ? ਸੋ ਮੈਂ ਇਹ ਸੋਚਦਾ ਵੀ ਉਹ ਕੋਈ ਡਿਰੇਲ ਨਹੀਂ ਕਰ ਰਹੇ, ਕੋਈ ਟਰਪੀਡੋ ਨਹੀਂ ਕਰ ਰਹੇ, ਕਿਸੇ ਤਰ੍ਹਾਂ ਵੀ ਅੰਦੋਲਨ ਨੂੰ ਢਾਹ ਨਹੀਂ ਲਾ ਰਹੇ ਹੈਗੇ। ਉਹ ਆਪਦੀ ਬਚਾਅ ਕਰ ਰਹੇ ਨੇ। ਹੁਣ ਤੁਸੀਂ ਇਹ ਦੇਖੋ ਵੀ ਲੱਖਾ ਭਾਜੀ ਹੈਗੇ ਨੇ ਜਿਹੜੇ, ਠੀਕ ਹੈ ਨਾ, ਮੈਂ ਉਹਨਾਂ ਨੂੰ ਮਿਲਿਆ ਨਹੀਂ ਹੈਗਾ, ਪਰ ਮੇਰੀ ਮਤਲਬ ਉਹਨਾਂ ਨਾਲ ਮੇਰੀ ਹਮਦਰਦੀ ਹੈਗੀ ਇਸ ਗੱਲ ਤੇ ਵੀ ਇੱਕ ਬੰਦਾ ਹਰੇਕ ਪਿੰਡ ਦੇ ਵਿੱਚ ਜਾ ਕੇ, ਠੀਕ ਹੈ, ਮੋਬਿਲਾਈਜ਼ ਕਰਨ ਦੀ ਗੱਲ ਕਰਦਾ ਯੂਥ ਨੂੰ, ਉਹਦੀ ਕੋਈ ਪ੍ਰੋਟੈਕਸ਼ਨ ਹੀ ਨਹੀਂ ਹੈਗੀ। ਕੋਈ ਨੇ ਭਾਈ ਛੀਨੇ ਦਾ ਇਤਿਹਾਸ ਨਹੀਂ ਪੜ੍ਹਿਆ ਹੈਗਾ। ਉਹ ਬੰਦਾ ਜੇ ਉਹਨੂੰ ਬਰੀ ਕਰ ਚੁੱਕੇ ਨੇ, ਉਹਦੇ ਸਾਰੀਆਂ ਚੀਜ਼ਾਂ ਦਾ ਉਹ ਗੁਨਾਹ ਲੈ ਚੁੱਕੇ ਆ। ਆਪਾਂ ਆ ਕੇ ਗੱਲ ਕਰਦੇ ਹਾਂ, ਹੋਲਡ ਕਰਕੇ ਰੱਖਿਓ, ਤੁਹਾਨੂੰ ਹੋਲਡ ਕਰਨਾ ਪੈਣਾ 2-3 ਮਿੰਟ। ਹੁਣ ਆਪਾਂ ਖਬਰਾਂ ਤੇ ਜਾਣਾ ਹੈ। ਕਰਨਵੀਰ ਸਿੰਘ ਸੇਖੋਂ ਸਾਹਿਬ ਨਾਲ ਗੱਲਬਾਤ ਚੱਲਦੀ ਰਹਿਣੀ ਹੈ ਤੇ
ਵਿਸ਼ੇਸ਼ ਗੱਲਬਾਤ ਚੱਲ ਰਹੀ ਹੈ ਨੌਜਵਾਨ NRI ਪ੍ਰੋਫੈਸ਼ਨਲ ਕਰਨਵੀਰ ਸਿੰਘ ਸੇਖੋਂ ਹੋਣਾ ਦੇ ਨਾਲ, ਜਿਹੜੇ ਕਿ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਗੇੜਾ ਕੱਢ ਕੇ ਆਏ ਨੇ ਭਾਰਤ ਦਾ। ਕਿਸਾਨ ਐਜੀਟੇਸ਼ਨ ਦੇ ਨਾਲ ਉੱਥੇ ਬਹਿ ਕੇ ਉਹਨੂੰ ਮਹਿਸੂਸ ਕਰਕੇ ਉਹਦੇ ਅੰਦਰਲੀਆਂ ਬਾਹਰਲੀਆਂ ਗੱਲਾਂ ਬਾਤਾਂ ਦੀ ਜਾਣਕਾਰੀ ਇਕੱਤਰ ਕਰਕੇ ਲੈ ਕੇ ਆਏ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਭਾਰਤ ਦੇ ਕਈ ਸੂਬਿਆਂ ਦਾ ਦੌਰਾ ਵੀ ਕੀਤਾ ਹੈ। ਕਰਨਵੀਰ ਸਿੰਘ, ਜਦੋਂ ਅਸੀਂ ਇੱਥੇ ਗੱਲਾਂ ਕਰਦੇ ਕਈ ਵਾਰਾਂ ਖੇਤੀਬਾੜੀ ਦੇ ਮਾਹਰਾਂ ਦੇ ਨਾਲ ਕਰਦੇ ਹਾਂ, ਕੁਝ ਲੋਕਾਂ ਦਾ ਇਹ ਕਹਿਣਾ ਕਿ ਇਹ ਜਿਹੜੀਆਂ 3 ਕਾਨੂੰਨ ਨੇ ਜਿਹੜੇ ਕਿ ਗੈਰ ਸੰਵਿਧਾਨਕ ਤਰੀਕੇ ਨਾਲ ਲੈ ਕੇ ਆਉਂਦੇ ਨੇ, ਪੈਂਡੈਮਿਕ ਤੇ ਕਾਹਲੀ ਵਿੱਚ ਲੈ ਕੇ ਆਉਂਦੇ ਨੇ, ਬਕਾਇਦਾ ਜਿਵੇਂ ਕਿ ਕਾਨੂੰਨ ਲੈ ਕੇ ਆਂਦਾ ਜਾਂਦਾ ਹੈ, ਉਸ ਵਿਧੀ ਵਿਧਾਨ ਨੂੰ ਫਾਲੋ ਨਹੀਂ ਕੀਤਾ ਗਿਆ। ਲੇਕਿਨ ਇਹਦੋਂ ਅਲੱਗਾ ਵੀ ਜੇਕਰ ਮੰਨ ਲਓ ਕਾਨੂੰਨ ਰਿਪੀਲ ਵੀ ਹੋ ਜਾਂਦੇ ਨੇ, ਕਿਸਾਨਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਹੱਲ ਹੋਣ ਵਾਲੀਆਂ ਨਹੀਂ ਹਨ, ਕਿਉਂਕਿ ਉਹ ਤਾਂ ਸੁਸਾਈਡ ਦਾ ਜਿਹੜਾ ਇੱਕ ਕਹਿਰ ਤਾਂ ਪਹਿਲਾਂ ਹੀ ਵਰਤਿਆ ਹੋਇਆ ਸੀਗਾ ਪੰਜਾਬ ਦੇ ਕਿਸਾਨਾਂ 'ਤੇ ਵਿਸ਼ੇਸ਼ ਕਰਕੇ। ਔਰ ਮਾਹਰਾਂ ਦਾ ਇਹ ਖਿਆਲ ਹੈਗਾ ਕਿ ਬੁਨਿਆਦੀ ਮੁੱਢੋਂ ਸੁੱਢੋਂ ਓਵਰਹਾਲ ਕੀਤੇ ਜਾਣ ਦੀ ਲੋੜ ਹੈ, ਵੰਨ ਸਵੰਨਤਾ ਲੈ ਕੇ ਆਉਣ ਦੀ ਲੋੜ ਹੈ। ਔਰ ਇੱਕ ਕਾਨੂੰਨ ਜਿਹੜਾ ਸਮੁੱਚੇ ਦੇਸ਼ ਵਿੱਚ ਲਾਗੂ ਨਹੀਂ ਹੋ ਸਕਦਾ, ਕਿਉਂਕਿ ਸਮੁੱਚੇ ਦੇਸ਼ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਵਾਤਾਵਰਨ ਨੂੰ ਲੈ ਕੇ ਦੇਖਿਆ ਜਾਵੇ ਤਾਂ ਲੋੜਾਂ ਵੱਖਰੀਆਂ ਨੇ, ਚੁਣੌਤੀਆਂ ਵੱਖਰੀਆਂ ਨੇ। ਤੁਸੀਂ ਕਿਉਂਕਿ ਪ੍ਰੋਫੈਸ਼ਨਲ ਹੋ, ਤੁਸੀਂ ਕਿਉਂਕਿ ਪੜ੍ਹੇ ਲਿਖੇ ਹੋ, ਮਹਿਜ਼ ਇਸ ਜ਼ਿੱਦਬਾਜ਼ੀ ਦੇ ਵਿੱਚ ਤਾਂ ਮੈਨੂੰ ਲੱਗਦਾ ਨਹੀਂ ਤੁਸੀਂ ਖੜ ਕੇ ਸੋਚ ਰਹੇ ਹੋਵੋਗੇ ਕਿ ਕਾਨੂੰਨ ਵਾਪਸ ਹੋਣਗੇ ਤਾਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਯੂ ਸਰਦਾਰ ਸਾਹਿਬ ਹੈਵ ਹਿੱਟ ਦ ਨੇਲ ਔਨ ਦ ਹੈਡ। ਬਿਲਕੁਲ, ਮਤਲਬ ਵੀ 100% ਜਿਹੜੀ ਮੇਰੇ ਮੂੰਹ ਦੇ ਸ਼ਬਦ ਨੇ, ਤੇ ਮੈਂ ਇਹ ਕਹਿਣਾ ਹੁੰਦਾ ਵੀ ਅਰਜੁਨ ਦੀ ਅੱਖ ਜਿਹੜੀ ਹੈਗੀ ਹੈ, ਤੀਰ ਜਿਹੜੀ ਮੱਛੀ ਦੀ ਅੱਖ ਹੈ, ਉਹ ਹੈਗੀ ਹੈ MSP, ਮਿਨੀਮਮ ਸਪੋਰਟ ਪ੍ਰਾਈਸ। ਕਿਉਂਕਿ ਜਿਹੜੇ 3 ਕਾਨੂੰਨ ਨੇ ਇਹ ਤਾਂ ਰੱਦ ਹੋ ਹੀ ਜਾਣਗੇ। ਉਹਦੇ ਵਿੱਚ ਜਿੱਤ ਹੈਗੀ ਹੈ ਦੇਸ਼ ਵਾਸੀਆਂ ਦੀ, ਉਹ ਖਾਣਾ ਖਾਣ ਦੇ ਰਹਿ ਜਾਣਗੇ, ਕਿਉਂਕਿ 45% ਬੱਚੇ ਪਹਿਲਾਂ ਹੀ ਕੁਪੋਸ਼ਿਤ ਨੇ ਆਪਣੇ ਮੁਲਕ ਦੇ, ਆਪਣੇ ਕੋਲੇ ਪਹਿਲਾਂ ਹੀ ਖਾਣਾ ਨਹੀਂ ਹੈਗਾ ਬੱਚਿਆਂ ਵਾਸਤੇ, ਠੀਕ ਹੈ ਨਾ। ਸੋ ਉਹ ਜੇ ਰੱਦ ਹੁੰਦੇ ਨੇ ਕਾਨੂੰਨ, ਸਪੈਸੀਫਿਕਲੀ ਜਿਹੜਾ ਅਸੈਂਸ਼ੀਅਲ ਕਮੋਡਿਟੀ ਐਕਟ ਹੈ 1955 ਦਾ, ਜਿਹੜਾ ਇਹਨਾਂ ਨੇ ਸੰਸ਼ੋਧਨ ਕੀਤਾ, ਜਿਹੜਾ ਤੀਜਾ ਬਿੱਲ ਹੈ, ਉਹਦੇ ਵਿੱਚ ਤਾਂ ਜਮਾਂ ਹੀ ਮਤਲਬ ਵੀ ਖਾਣਾ ਖਾਣ ਜੋਗਾ ਨਹੀਂ ਛੱਡਣਾ ਇਹਨਾਂ ਨੇ, ਜਿਹੜਾ ਬੰਦਾ 10 ਜਾਂ 15 ਹਜ਼ਾਰ ਤੋਂ ਘੱਟ ਪੇ ਕਮਾਉਂਦਾ ਸ਼ਹਿਰਾਂ ਦੇ ਵਿੱਚ। ਸੋ ਕਹਿਣ ਤੋਂ ਭਾਵ ਵੀ 3 ਕਾਨੂੰਨਾਂ ਦੇ ਵਿੱਚ ਵਾਪਸ ਕਰਾਉਣ ਦੇ ਵਿੱਚ ਜੋ ਮੀਡੀਆ ਦੱਸ ਨਹੀਂ ਰਿਹਾ ਲੋਕਾਂ ਨੂੰ, ਉਹ ਜਿੱਤ ਹੈਗੀ ਹੈ ਦੇਸ਼ ਵਾਸੀਆਂ ਦੀ। ਕਿਸਾਨਾਂ ਦੀ ਜਿੱਤ ਹੈਗੀ ਅਸਲੀ MSP ਦੇ ਵਿੱਚ। ਜੇ ਮੰਨ ਲਓ 2014 ਦਾ ਮੈਨੀਫੈਸਟੋ ਚੱਕੀਏ ਆਪਾਂ ਹੁਣ ਦੀ ਰੂਲਿੰਗ ਪਾਰਟੀ ਦਾ, ਜੇ 2019 ਦਾ ਚੱਕੀਏ ਜਾਂ ਉਹ ਤੋਂ ਪਹਿਲਾਂ ਗੁਜਰਾਤ ਇਲੈਕਸ਼ਨ ਚੱਕੀਏ, ਇਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਹੈਗਾ ਵੀ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਤੁਹਾਨੂੰ ਬਣਦਾ ਫਸਲਾਂ ਦਾ ਭਾਅ ਵਿਚ ਵਿਲ ਇਨਕਲੂਡ, ਜਿਹੜਾ ਹੁਣੇ MSP ਕਹਿੰਦੇ ਨੇ, ਮਾਨਨੀय ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਰਾਜ ਸਭਾ ਦੇ ਵਿੱਚ ਵੀ MSP ਥਾ ਹੈ ਔਰ ਰਹੇਗਾ। ਸੋ ਇਹ ਚੀਜ਼ ਉੱਤੇ ਆਪਾਂ ਸਿੱਧਾ ਟਿੱਪਣੀ ਕਰਕੇ ਉਹਨੂੰ ਨਿਸ਼ਾਨੇ ਤੇ ਜੇ ਲਈਏ, MSP ਥਾ ਹੈ ਔਰ ਰਹੇਗੀ ਦੀ ਗੱਲ ਇਹ ਹੈ ਵੀ 600 ਤੋਂ ਵੱਧ ਫਸਲਾਂ ਉਗਾਈਆਂ ਜਾਂਦੀਆਂ ਨੇ ਇੰਡੀਆ ਦੇ ਵਿੱਚ, ਉਹਨਾਂ ਉੱਤੇ 23 ਫਸਲਾਂ ਤੇ MSP ਡਿਕਲੇਅਰ ਕੀਤਾ ਜਾਂਦਾ ਸਰਕਾਰ ਵੱਲੋਂ, ਪਰ ਸਿਰਫ 6% ਤੋਂ ਲੈ ਕੇ ਵੇਰੀ ਕਰਦਾ, ਕਈ ਵਾਰੀ 10% ਫਸਲ ਖਰੀਦੀ ਜਾਂਦੀ ਹੈ ਸਿਰਫ ਧਾਨ ਮਤਲਬ ਪੈਡੀ, ਰਾਈਸ ਜਾਂ ਵੀਟ। PDS ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਜਿਹੜੇ ਬਿਲੋ ਪਾਵਰਟੀ ਲਾਈਨ ਰਹਿੰਦੇ ਨੇ ਲੋਕ, ਉਹਨਾਂ ਵਾਸਤੇ ਤੇ ਮੈਕਸਿਮਮ ਖਰੀਦੀ ਜਾਂਦੀ ਹੈ ਪੰਜਾਬ ਤੇ ਹਰਿਆਣਾ ਦੇ ਵਿੱਚੋਂ, ਜਿੱਥੇ 70% ਤੋਂ ਵੱਧ APMC ਮੰਡੀਆਂ ਹੈਗੀਆਂ ਨੇ, ਜਿਹੜੀਆਂ FCI ਦੇ ਗਡਾਊਨਾਂ ਜਾਂਦਾ ਜਿਹੜਾ ਸਮਾਨ। ਸੋ ਕਹਿਣ ਤੋਂ ਭਾਵ ਜਦੋਂ ਇਹ ਕਾਨੂੰਨ ਲਾਗੂ ਹੋ ਗਏ, ਉਦੋਂ ਇੱਕ ਪੈਰਲਲ ਮੰਡੀ ਖੜੀ ਹੋ ਜੂਗੀ APMC ਦੇ ਸਾਹਮਣੇ, ਤੇ ਮਾਲ ਸ਼ੋਸ਼ਿਤ ਹੋਰ ਕਿਸਾਨ ਨੂੰ ਕੀਤਾ ਜਾਊਗਾ, ਪਰ ਉਹਦਾ ਨੁਕਸਾਨ ਸਿੱਧਾ ਮਿਲੂਗਾ ਦੇਸ਼ ਨੂੰ, ਦੇਸ਼ ਦੇ ਲੋਕਾਂ ਕੋਲ ਰਹਿਣਾ ਨਹੀਂ ਖਾਣਾ। ਸੋ ਜੇ ਆਪਾਂ ਨੂੰ MSP ਲਾਗੂ ਕਰਨੀ ਹੈ ਪੂਰੇ ਕੰਟਰੀ ਦੇ ਵਿੱਚ, ਕਿਉਂਕਿ ਕਹਿੰਦੇ MSP ਹੈ ਔਰ ਰਹੇਗੀ, ਸੋ MSP ਤਾਂ ਡਿਕਲੇਅਰ ਕਰਦੇ ਨੇ, MSP ਤੇ ਖਰੀਦਦੇ ਨਹੀਂ ਹੈਗੇ। ਪਹਿਲੀ ਗੱਲ ਤਾਂ 23 ਫਸਲਾਂ ਨੂੰ MSP ਤੇ ਖਰੀਦਣਾ ਚਾਹੀਦਾ, ਤੇ MSP ਹੋਣਾ ਚਾਹੀਦਾ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ। ਇਹ ਕਹਿੰਦੇ ਨੇ ਵੀ 3 ਬਿੱਲ ਸਵਾਮੀਨਾਥਨ ਰਿਪੋਰਟ ਹਿਸਾਬ ਨਾਲ ਬਣਾਏ ਨੇ। ਭਾਜੀ ਸਵਾਮੀਨਾਥਨ ਰਿਪੋਰਟ ਦੀ ਸਿੱਧੀ ਕਲੀਅਰ ਰਿਕਮੈਂਡੇਸ਼ਨ ਹੈ ਵੀ 50% ਮੁਨਾਫਾ ਹੋਣਾ ਚਾਹੀਦਾ ਫਾਰਮਰ ਨੂੰ। ਮੰਨ ਲਓ ਆਪਾਂ ਕੋਈ ਬਿਜ਼ਨਸ ਚਲਾਉਂਦੇ ਹਾਂ, ਜੇ ਮੈਂ ਉਹਦੀ ਕਾਸਟ ਹੀ ਰਿਕਵਰ ਨਾ ਕੀਤੀ, ਜਿੰਨਾ ਮੈਂ ਉਹਦੇ ਵਿੱਚ ਪੈਸਾ ਲਾਇਆ ਮੈਂ ਰਿਕਵਰੀ ਨਾ ਕੀਤਾ, ਤੇ ਵਿਆਜ ਮੇਰੇ ਤੇ ਪੈਸਾ ਤਾਂ ਪੈ ਰਿਹਾ ਹੈਗਾ 3 ਤੋਂ 4% ਪਰ ਮਹੀਨਾ, ਠੀਕ ਹੈ ਨਾ। ਸੋ 2 ਲੱਖ ਦਾ ਕਰਜ਼ਾ ਵੀ ਮੈਂ ਲਾ ਨਹੀਂ ਸਕਦਾ, ਕਿਉਂਕਿ ਸਰਕਾਰੀ ਆંકੜਾ ਇਹ ਦੱਸਦਾ ਹੈਗਾ ਵੀ ਮੀਡੀਅਨ ਇਨਕਮ ਇੱਕ ਇੰਡੀਅਨ ਫਾਰਮਰ ਦੀ ਹੈਗੀ 2700 ਰੁਪਏ, ਕੋਈ ਕਹਿ ਰਿਹਾ 1700, ਕੋਈ ਕਹਿ ਰਿਹਾ 2700 ਰੁਪਏ, ਪਰ ਸਰਕਾਰੀ ਆંકੜੇ ਜਿਹੜੇ ਹੈਗੇ ਨੇ 2700 ਤੋਂ ਵੱਧ ਕੋਈ ਨਹੀਂ ਹੈਗਾ। ਸੋ ਜੇ ਆਪਾਂ 2 ਲੱਖ ਰੁਪਏ ਦੇ ਉੱਤੇ 4% ਦਾ ਵਿਆਜ ਲਾ ਲਈਏ, ਬੰਦਾ ਆਪਦਾ ਇੰਟਰਸਟ ਵੀ ਪੇ ਨਹੀਂ ਕਰ ਸਕਦਾ ਹੈਗਾ ਹਰੇਕ ਮਹੀਨੇ ਦਾ, ਲੈਟ ਅਲੋਨ ਬੱਚਿਆਂ ਨੂੰ ਖਾਣਾ ਕਿਵੇਂ ਖਵਾਊਗਾ, ਜੇ ਘਰੇ ਕੋਈ ਬਜ਼ੁਰਗ ਹੋਵੇ ਦਵਾਈ ਬੱਤੀ ਕਰਨੀ ਹੈ, ਬੱਚਿਆਂ ਨੂੰ ਸਕੂਲ ਭੇਜਣਾ। ਸੋ ਕਹਿਣ ਤੋਂ ਭਾਵ ਵੀ ਕਿਸਾਨ ਤਾਂ ਡੈਟ ਉਹਦਾ ਵੱਧਦਾ ਹੀ ਚਲੇ ਜਾਣਾ ਹੈਗਾ। ਸੋ ਉਹਨੂੰ ਉਹ ਡੈਟ ਦੇ ਸਰਕਲ 'ਚੋਂ ਕੋਈ ਕੱਢ ਨਹੀਂ ਸਕਦਾ ਹੈਗਾ, ਚਾਹੇ ਉਹ ਕਿਸਾਨ ਪੰਜਾਬ ਦਾ ਹੋਵੇ, ਚਾਹੇ ਉਹ ਮਹਾਰਾਸ਼ਟਰ ਦਾ ਹੋਵੇ, ਚਾਹੇ ਉਹ ਕਰਨਾਟਕਾ ਦਾ ਹੋਵੇ, ਤੇ ਚਾਹੇ ਉਹ ਤੇਲੰਗਾਨਾ ਦਾ ਹੋਵੇ। ਕਿਉਂਕਿ ਇਹ ਗੱਲ ਕੋਈ ਦੱਸ ਨਹੀਂ ਰਿਹਾ ਵੀ ਮਹਾਰਾਸ਼ਟਰ ਅਕੋਰਡਿੰਗ ਟੂ ਨੈਸ਼ਨਲ ਕ੍ਰਾਈਮ ਰਜਿਸਟਰੀ ਬਿਊਰੋ ਇੰਡੀਆ ਦੀ ਜਿਹੜੇ ਆંકੜੇ ਨੇ ਸਰਕਾਰੀ ਆંકੜੇ,
4 ਲੱਖ ਤੋਂ ਵੱਧ ਫਾਰਮਰ ਸੁਸਾਈਡ ਹੋ ਚੁੱਕਿਆ ਪਿਛਲੇ 20 ਸਾਲਾਂ ਦੇ ਵਿੱਚ ਇੰਡੀਆ ਦੇ ਵਿੱਚ। ਸੋ ਉਹ ਆંકੜੇ ਸਭ ਤੋਂ ਜ਼ਿਆਦਾ ਖਤਰਨਾਕ ਨੇ ਮਹਾਰਾਸ਼ਟਰ ਵਾਸਤੇ, ਜਿੱਥੇ ਸਿਰਫ ਵਿਦਰਭਾ ਤੇ ਮਰਾਠਾਵਾੜਾ ਦੇ ਵਿੱਚ ਆ 2 ਏਰੀਆਜ਼ ਹੈਗੇ ਨੇ ਜਿਨ੍ਹਾਂ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 70 ਤੋਂ 80 ਕਿਸਾਨ ਸੁਸਾਈਡ ਕਰ ਰਹੇ ਨੇ ਹਰੇਕ ਹਫ਼ਤੇ। ਤੁਸੀਂ ਇਹ ਨੰਬਰ ਦੇਖੋ, ਇੰਨਾ ਡੇਂਜਰਸ ਨੰਬਰ ਹੈ। ਮੈਂ ਕਹਿੰਦਾ ਵੀ ਇਹ ਤੋਂ ਜ਼ਿਆਦਾ ਫਾਰਮਰ ਸੁਸਾਈਡ ਤੋਂ ਬਿਨਾਂ ਇਹ ਸੁਸਾਈਡ ਕੈਪੀਟਲ ਹੀ ਹੋਊਗਾ ਦੁਨੀਆ ਦੀ। ਕੁਝ ਦਿਨ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ, ਇੱਕ ਫਿਰੋਜ਼ਪੁਰ ਜ਼ਿਲ੍ਹੇ ਦਾ ਮੁਕਤਸਰ ਵਾਲੇ ਪਾਸੇ ਨੂੰ ਆਖਰੀ ਪਿੰਡ ਸੋਨਗੜ੍ਹ ਦਾ ਕਿਸਾਨ ਹੈ, ਪ੍ਰੋਗਰੈਸਿਵ ਫਾਰਮਰ ਹੈ, ਵਕਾਲਤ ਛੱਡ ਕੇ ਫਾਰਮਿੰਗ ਕਰਨ ਲੱਗਾ ਹੈ। ਕਮਲਜੀਤ ਸਿੰਘ ਹੀਰੋ ਦਾ ਨਾਮ ਹੈ। ਸੋਨਗੜ੍ਹ ਫਾਰਮ ਕਰਕੇ YouTube ਤੇ ਲੱਭੋਗੇ ਤੁਹਾਨੂੰ ਲੱਭ ਜਾਣਾ। ਉਹਦਾ ਜਿਹੜਾ ਖਿਆਲ ਹੈਗਾ ਕਿ ਅਸੀਂ ਲੋਕਾਂ ਦੇ ਆਖੇ ਲੱਗ ਕੇ ਦਹਾਕਿਆਂ ਪਹਿਲਾਂ ਪੁੱਠੇ ਅਸੀਂ ਫੈਸਲੇ ਲੈ ਬੈਠੇ, ਅਸੀਂ ਬਿਹਾਰ ਤੇ ਯੂਪੀ ਦੀਆਂ ਫਸਲਾਂ ਉਗਾਉਣ ਲੱਗ ਪਏ, ਸੌਖੇ ਹੋ ਗਏ ਆਪਦੇ ਜਾਣੇ, ਗਿੱਝ ਗਏ ਅਸੀਂ ਬਦਲਣ ਨੂੰ ਤਿਆਰ ਨਹੀਂ ਹਾਂ। ਉਹ ਕਹਿੰਦਾ ਹੈਗਾ ਕਿ ਪੰਜਾਬ ਦੇ ਵਿੱਚ 50 ਕਿਸਮ ਦੀਆਂ ਸਬਜ਼ੀਆਂ, ਦਾਲਾਂ, ਭਾਜੀਆਂ, ਕੈਸ਼ ਕ੍ਰਾਪਸ ਮੈਂ ਆਪਣੇ ਫਾਰਮ ਤੇ ਉਗਾਉਣਾ। ਤੁਸੀਂ ਆਪਣੀ ਇਨਕਮ ਨੂੰ ਟ੍ਰਿਪਲੀਕੇਟ ਕਰ ਸਕਦੇ ਹੋ, 3 ਗੁਣਾ ਕਰ ਸਕਦੇ ਹੋ। ਤੁਹਾਨੂੰ ਲੱਗਦਾ ਕਿ ਸਥਾਨਕ ਪੱਧਰ ਦੇ ਉੱਤੇ ਕੁਝ ਹੱਲ ਖੋਜਣੇ ਚਾਹੀਦੇ ਨੇ ਰਾਦਰ ਦੈਨ ਜਿਹੜੀਆਂ ਪੁਰਾਣੀਆਂ ਗਲਤੀਆਂ ਹੋਈਆਂ ਨੇ, ਜਾਂ ਉਦੋਂ ਸਮੇਂ ਦੀ ਅੱਜ ਤੋਂ 5 ਦਹਾਕੇ ਪਹਿਲਾਂ ਜੋ ਲੋੜਾਂ ਸੀਗੀਆਂ, ਕਿਸਾਨ ਉਹ ਕਰਨ ਲੱਗ ਪਿਆ, ਹੁਣ ਗਿੱਝ ਗਿਆ, ਪੀੜ੍ਹੀ ਦਰ ਪੀੜ੍ਹੀ ਆਪਾਂ ਗਿੱਝ ਗਏ। ਹੁਣ ਬਦਲਾਓ ਦਾ ਹੀ ਲੋੜ ਹੈ। ਬਦਲਾਓ ਕਦੇ ਵੀ ਹਾਨੀਕਾਰਕ ਨਹੀਂ ਹੁੰਦਾ। ਮੈਂ ਉਹਨਾਂ ਸਰਦਾਰ ਸਾਹਿਬ ਨਾਲ ਬਿਲਕੁਲ ਐਗਰੀ ਕਰਦਾ, ਪਹਿਲੀ ਗੱਲ ਤਾਂ। ਦੂਜੀ ਗੱਲ ਮੈਂ ਇਹ ਦੱਸਣਾ ਜ਼ਰੂਰ ਚਾਹੁੰਦਾ ਹੈਗਾ ਵੀ ਮੈਂ ਛੋਟੇ ਹੁੰਦੇ ਤੋਂ ਫਾਰਮ ਤੇ ਜਾਂਦਾ ਆਪਦੇ, ਚਾਹੇ ਮੈਂ ਕਾਲਜ ਪੜ੍ਹਦਾ, ਸਕੂਲ ਪੜ੍ਹਦਾ ਸੀਗਾ, ਤੇ ਮੇਰੀ ਇਸ ਵਿਸ਼ੇਸ਼ ਟੌਪਿਕ ਦੇ ਉੱਤੇ ਬਹੁਤ ਵਾਰੀ ਗੱਲ ਹੋਈ ਹੈ। ਕਿਉਂਕਿ ਮੈਨੂੰ ਲੱਗਦਾ 6ਵੀਂ 7ਵੀਂ ਤੋਂ ਇੰਡੀਆ ਦੇ ਬੱਚਿਆਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਪੰਜਾਬ ਦਾ ਪਾਣੀ ਦਾ ਸਤਰ ਥੱਲੇ ਜਾ ਰਿਹਾ ਹੈ ਤੇ ਡਿਜ਼ਰਟੀਫਿਕੇਸ਼ਨ ਹੋ ਰਹੀ ਹੈ ਪੈਡੀ ਕਰਕੇ। ਜਿਹਨੂੰ 1 ਕਿਲੋ ਪੈਡੀ, 1 ਕਿਲੋ ਰਾਈਸ ਨੂੰ ਜਿਹੜਾ ਆਪਾਂ ਨੂੰ ਮਿਲਦਾ ਹੈਗਾ, ਉਹਦੇ ਵਾਸਤੇ 3000 ਲੀਟਰ ਪਾਣੀ ਯੂਜ਼ ਹੁੰਦਾ ਹੈਗਾ। ਸੋ ਸਿਰਫ ਜਿਹੜਾ ਉਹ ਸਰਦਾਰ ਸਾਹਿਬ ਕਹਿ ਰਹੇ ਨੇ ਵੀ ਦੂਜੀਆਂ ਫਸਲਾਂ ਉਗਾਉਣ ਉੱਤੇ ਜਾਗਰੂਕਤਾ ਹੋਣੀ ਜ਼ਰੂਰੀ ਹੈ, ਉਹ ਬਿਲਕੁਲ ਸਹੀ ਕਹਿ ਰਹੇ ਨੇ। ਪਰ ਇਹਦੇ ਵਿੱਚ ਇੱਕ ਸਰਕਾਰ ਦੀ ਨੀਤੀ ਵੀ ਹੈ। ਹੁਣ ਤੁਸੀਂ ਇੱਕ ਕਿਸਾਨ ਹੋ, ਇੱਕ ਛੋਟੀ ਫੈਮਿਲੀ ਦੇ ਕਿਸਾਨ ਹੋ, ਤੁਹਾਡੇ ਕੋਲ 5 ਕਿੱਲੇ ਤੋਂ ਘੱਟ ਜ਼ਮੀਨ ਹੈ ਪੰਜਾਬ ਦੇ ਵਿੱਚ, ਤੇ ਤੁਸੀਂ ਇਹ ਸੋਚਦੇ ਹੋ ਵੀ ਮੈਨੂੰ ਰਾਈਸ ਤੇ MSP ਮਿਲ ਜੂਗਾ ਪੱਕਾ, ਤੇ ਮੈਨੂੰ ਪੱਕਾ ਮਿਲ ਜੂਗਾ MSP ਵੀਟ ਦੇ ਉੱਤੇ, ਤੇ ਦੂਜਾ ਕੋਈ ਆਲੂ ਉਗਾ ਲਿਆ ਜਾਂ ਕੋਈ ਹੋਰ ਚੀਜ਼ ਉਗਾ ਲਈ। ਜਿਵੇਂ ਤੁਸੀਂ ਗੁਰਨਾਮ ਸਿੰਘ ਚੜੂਨੀ ਸਾਹਿਬ ਦੀ ਸਟਰਗਲ ਦੇਖੋ, ਆਲੂ ਤਾਂ ਸੜਕਾਂ 'ਤੇ ਸੁੱਟਣਾ ਪੈਂਦਾ ਸਾਨੂੰ, ਠੀਕ ਹੈ ਨਾ, ਹੋਰ ਚੀਜ਼ਾਂ ਦਾ ਸਾਨੂੰ ਸੜਕਾਂ ਸੁੱਟੇ ਮੈਨੇ ਭਾਅ ਤਾਂ ਮਿਲਦਾ ਹੀ ਨਹੀਂ। ਜੇ ਸਰਕਾਰ ਜ਼ਿਆਦਾ ਕੁਛ ਨਾ ਕਰਕੇ ਮੱਕੀ ਦਾ ਹੀ MSP ਤੈਅ ਕਰਦੇ ਪੰਜਾਬ ਵਾਸਤੇ, ਕਿਉਂਕਿ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਫਸਲ ਹੈ ਰਾਈਸ, ਜਿਹੜਾ ਪੰਜਾਬ ਦੇ ਵਿੱਚ ਕੋਈ ਨਹੀਂ ਖਾਂਦਾ, ਮਤਲਬ ਖਾਂਦੇ ਹੋਣਗੇ ਬਹੁਤ ਘੱਟ ਲੋਕ, ਉਹ ਮੈਕਸੀਮਮ ਰਾਈਸ ਬਾਹਰ ਜਾਂਦਾ ਹੈਗਾ ਦੂਜੀਆਂ ਸਟੇਟਾਂ ਦੇ ਵਿੱਚ। ਸੋ ਆਪਾਂ ਆਪਦੀ ਸਟੇਟ ਦੀ ਕੰਜ਼ੰਪਸ਼ਨ ਜੇ ਪੂਰੀ ਕਰ ਲਈਏ, ਜੇ ਆਪਾਂ ਆਤਮ ਨਿਰਭਰ ਵਰਲਡ ਨੂੰ ਵੀ ਕਹੀਏ ਵੀ ਪੰਜਾਬ ਨੇ ਆਤਮ ਨਿਰਭਰ ਬਣਨਾ ਹੈ, ਕਿਉਂਕਿ ਪੰਜਾਬ ਅੱਜ ਵੀ ਬਹੁਤ ਫਸਲਾਂ ਇਹੋ ਜਿਹੀਆਂ ਨੇ ਜਿਹੜੇ ਦੂਜੇ ਸੂਬਿਆਂ ਤੋਂ ਲੈਂਦਾ ਹੈ। ਇਹ ਬਹੁਤ ਲੋਕਾਂ ਦੀ ਜਾਣਕਾਰੀ ਦੇ ਵਿੱਚ ਨਹੀਂ ਹੋਊਗਾ ਵੀ ਆਪਾਂ ਸਭ ਤੋਂ ਫਰਟਾਈਲ ਸੈਂਡੀ ਅਲੂਵੀਅਲ ਸੋਇਲ ਟਾਈਪ ਆਪਣੇ ਕੋਲ ਹੈਗਾ, ਪਾਣੀ ਆਪਣੇ ਕੋਲ ਹੈਗਾ, ਸਭ ਤੋਂ ਜ਼ਿਆਦਾ ਵਧੀਆ ਖੇਤੀ ਕਰਨ ਦੇ ਆਪਣੇ ਕੋਲ ਯੋਗਤਾ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ। ਮੰਨ ਲਓ ਇਜ਼ਰਾਈਲ ਇੱਕ ਛੋਟਾ ਜਿਹਾ ਕੰਟਰੀ ਹੈ, ਉਹਨਾਂ ਕੋਲ ਕੁਛ ਨਹੀਂ ਹੈਗਾ, ਸਮਝ ਲਓ, ਉਹਨਾਂ ਕੋਲ ਇਰੀਗੇਸ਼ਨ ਵੀ ਨਹੀਂ ਸੀਗੀ। ਉਹਨਾਂ ਨੇ ਜੇ ਖੇਤੀ ਇਜ਼ਰਾਈਲ 'ਚ ਕਰਕੇ ਮਤਲਬ ਆਪਦਾ ਕਹਿ ਲਓ ਵੀ ਆਪਦੇ ਆਪ ਨੂੰ ਸਸਟੇਨ ਕਰ ਲਿਆ ਇੰਡੀਪੈਂਡੈਂਟਲੀ, ਵੀ ਕਿਸੇ ਤੋਂ ਕੁਛ ਲੈਣ ਦੀ ਲੋੜ ਨਹੀਂ। ਸੋ ਪੰਜਾਬ ਵੀ ਉਹ ਕਰ ਸਕਦਾ ਹੈਗਾ, ਪਰ ਪੰਜਾਬ ਦੇ ਫਾਰਮਰ ਨੂੰ ਜਾਗਰੂਕ ਹੋਣਾ ਪਊਗਾ, ਤੇ ਪੰਜਾਬ ਸਰਕਾਰ ਨੂੰ ਸਟੇਟ ਦੀਆਂ ਨੀਤੀਆਂ ਇਹ ਬਦਲਣੀਆਂ ਪੈਣਗੀਆਂ। ਉਹ ਕਹਿਣ, ਕਿਉਂਕਿ APMC ਮੰਡੀ ਐਕਟ ਹੈ ਜਿਹੜਾ 2003 ਦਾ, ਉਹਨੇ ਸਟੇਟ ਨੂੰ ਪੂਰੀ ਰਿਸਪੌਂਸਿਬਿਲਿਟੀ ਦਿੱਤੀ ਹੈ APMC ਨੂੰ ਰੈਗੂਲੇਟ ਕਰਨ ਦੀ। ਸੋ ਆਪਾਂ ਪੂਰਾ ਦੋਸ਼ ਸੈਂਟਰ ਸਰਕਾਰ ਤੇ ਵੀ ਨਹੀਂ ਲਾਉਂਦੇ। ਅਸੀਂ ਮੈਂ ਕਹਿਣਾ ਚਾਹੁੰਦਾ ਹੈਗਾ ਵੀ ਜੇ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਮੌਜੂਦੇ ਸਮਾਂ ਜਿਹੜੀ ਸੈਂਟਰ ਸਰਕਾਰ ਹੈ ਉਹਨੇ ਪਹੁੰਚਾਇਆ ICU ਦੇ ਵਿੱਚ। ਜੀ ਹੋਲਡ ਕਰਕੇ ਰੱਖਿਓ, ਹੋਲਡ ਕਰਿਓ, ਆਪਾਂ ਕਿਤੋਂ ਕਾਲਸ ਵੀ ਲੈ ਲਈਏ, ਸਮਾਂ ਘਟਦਾ ਜਾ ਰਿਹਾ ਹੈ। 6578 ਤੁਹਾਡਾ ਸਵਾਲ ਕੀ ਹੈ? 6578। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਦੇਖੋ ਮੁੰਡੇ ਗੱਲਾਂ ਤਾਂ ਸਾਰੀਆਂ ਦੱਸ ਦਿੱਤੀਆਂ, ਘਾਟੇ ਵਾਧੇ ਨਫੇ ਨੁਕਸਾਨ ਵਾਲੀਆਂ। ਮੈਂ ਹੁਣ ਇੱਕ ਉਦਾਹਰਨ ਦਿੰਦਾ। ਮੇਰਾ ਟਰੱਕ ਵਾ, ਇਹ ਫਰਜ਼ ਕਰੋ ਮੈਂ 1.5 ਤੋਂ 2 ਕਿੱਲਿਆਂ ਵਾਲਾ ਮਾਲਕ ਆ। ਮੇਰਾ ਟਰੱਕ ਆ, ਮੇਰੇ ਤੋਂ ਅਫੋਰਡ ਨਹੀਂ ਹੋ ਰਿਹਾ, ਇਹਦੇ ਖਰਚੇ ਬਹੁਤ ਨੇ। ਇਹ ਮੈਨੂੰ ਕੰਪਨੀ ਵਾਲਾ ਕਹਿੰਦਾ ਵੀ ਸਾਡੀ ਕੰਪਨੀ 'ਚ ਪਾਲਾ, ਤੈਨੂੰ ਅਸੀਂ 10,000 ਇਹਦਾ ਇੱਕ ਦੇ ਦਿੰਦੇ ਆ, ਉਹ ਤੋਂ ਬਾਅਦ ਇਹਦੇ ਉੱਤੇ ਡਰਾਈਵਰੀ ਕਰ ਲਾ। ਤੇ ਮੈਨੂੰ ਉਹ ਵਧੀਆ, ਜਾਂ ਮੈਂ ਇਹਦੇ ਨਾਲ ਮੱਥਾ ਮਾਰੀ ਜਾਵਾਂ ਸਾਰਾ ਦਿਨ ਇਹਦੇ ਨਾਲ ਲੱਗਾ ਰਵਾਂ ਤੇ ਮੈਨੂੰ ਇਨਕਮ ਦੇ ਵਿੱਚੋਂ ਕੁਛ ਵੀ ਨਾ ਨਿਕਲੇ, ਉਹ ਫਾਇਦਾ। ਦੂਜਾ ਇਹ ਵੀਰ ਮੇਰਾ ਕਹਿੰਦਾ ਵੀ ਲੱਖੇ ਸਦਾਣੇ ਭਾਜੀ ਹੁਣੀ ਜੋ ਕਰ ਰਹੇ ਠੀਕ ਕਰ ਰਹੇ ਆ। ਦਿੱਲੀ ਤੋਂ ਜਦੋਂ ਕੋਈ ਪੁਲਿਸ ਵਾਲਾ ਆਉਂਦਾ, ਉਹ ਕਹਿੰਦਾ ਹੱਥੀਂ ਪੈ ਜਾਓ ਪੁਲਿਸ ਵਾਲੇ ਦੀ। ਜਿਹੜਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੜ੍ਹਦੇ ਆ ਬਈ ਜਦੋਂ ਸਾਰੇ ਹੀਲੇ ਵਸੀਲੇ ਬੰਦ ਹੋ ਗਏ ਤਾਂ ਹਥਿਆਰ ਚੱਕਣਾ ਜਾਇਜ਼ ਵਾ। ਜੇ ਦੂਜੇ ਪਾਸੇ ਕੋਈ ਸਰਦਾਰ ਪੁਲਿਸ ਵਾਲਾ ਹੋਇਆ ਤੇ ਉਹਨੇ ਕਹਿਤਾ ਵੀ ਹੁਣ ਸਾਰਾ ਕੁਝ ਕਰਨਾ ਜਾਇਜ਼ ਆ, ਦਨਾਲੀਆਂ ਦੇ ਮੂੰਹ ਖੋਲ ਦਿਓ, ਫਿਰ ਕੌਣ ਜ਼ਿੰਮੇਵਾਰ ਆ ਉਹਦਾ? ਇਹ ਦੋ ਗੱਲਾਂ ਦਾ ਜਵਾਬ ਮੈਨੂੰ ਦਿਓ ਵੀਰ, ਮੇਰਾ ਸਮਝਾਵੇ ਮੈਨੂੰ ਵੀ ਉਹ 'ਚ ਕੀ ਗਲਤ ਕੀ ਹੈ। ਧੰਨਵਾਦ ਜੀ। ਸਾਡੇ ਨਾਲ ਸ਼ਾਮਲ ਹੋ ਰਹੇ ਨੇ ਅਗਲੇ ਸਾਡੇ ਮੈਨੀਟੋਬਾ ਤੋਂ ਕਾਲਰ ਨੇ 8753। 8753 ਤੁਸੀਂ 에ਅਰ ਤੇ ਹੋ ਜਨਾਬ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਪਹਿਲਾਂ ਤਾਂ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਧੰਨਵਾਦ।
ਤੇ ਮੈਂ ਕਰਨ ਸਿੱਖ ਉਹਨਾਂ ਨੂੰ ਬਹੁਤ ਦੇਰ ਤੋਂ ਵਾਚ ਕਰ ਰਿਹਾ ਪਿਛਲੇ 3 ਮਹੀਨਿਆਂ ਤੋਂ। ਇਹਨਾਂ ਨੇ ਬਹੁਤ ਸਟਰਗਲ ਕਰੀ ਆ ਸਾਰੇ ਬਾਰਡਰਾਂ ਦੇ ਉੱਤੇ ਜਾ ਕੇ। ਤੇ ਬਾਕੀ ਮੈਂ ਇਹ ਕੁਐਸਚਨ ਤਾਂ ਕਰਨਾ ਨਹੀਂ ਚਾਹੁੰਦਾ, ਮੈਂ ਦੇਖ ਵੀ ਰਿਹਾ ਜੀ। ਤੇ ਜਿਵੇਂ ਹੁਣ ਲੱਖੇ ਸਿਧਾਣੇ ਉਹਨਾਂ ਦੀ ਗੱਲ ਚੱਲਦੀ ਸੀਗੀ ਜੀ, ਉਹਨਾਂ ਨੇ ਤਾਂ ਨਾ ਤਾਂ ਇਹ ਕਹਿ ਰਹੇ ਆ ਵੀ ਹੁਣ ਮੂਹਰੇ ਤਾਂ ਨੌਜਵਾਨੀ ਨੂੰ ਆਉਣਾ ਹੀ ਪੈਣਾ, ਕਿਉਂਕਿ ਹੁਣ ਜੇ ਨੌਜਵਾਨੀ ਨਹੀਂ ਸਹਿਮਤ ਹੈਗੀ ਉਹਨਾਂ ਨਾਲ, ਲੀਡਰਾਂ ਦੇ ਨਾਲ, ਉਹਨਾਂ ਨੂੰ ਮੂਹਰੇ ਉਹਨਾਂ ਕੁ ਤਾਂ ਆਉਣਾ ਹੀ ਪੈਣਾ ਜੇ ਉਹ ਨਹੀਂ ਕੋਈ ਪ੍ਰੋਗਰਾਮ ਦਿੰਦੇ। ਪਰ ਉਹਨਾਂ ਨੇ ਕੋਈ ਉਲਟ ਕੁਝ ਵੀ ਨਹੀਂ ਕਿਹਾ, ਨਾ ਉਹਨਾਂ ਨੇ ਕਿਹਾ ਨਾ ਕਰਨ ਸਿੱਖ ਉਹਨਾਂ ਨੇ ਕਿਹਾ ਵੀ ਆਪਾਂ ਕੁਝ ਲੱਖੇ ਹੋਣੀ ਗਲਤ ਕਰ ਰਹੇ ਆ ਜਾਂ ਗਲਤ ਨੂੰ ਸਪੋਰਟ ਕਰਦੇ ਆ। ਜੇ ਕਿਸਾਨ ਜੇ ਆਪਣੇ ਲੀਡਰ ਇੱਥੇ ਬੈਠੇ ਨੇ ਦਿੱਲੀ ਦੇ ਵਿੱਚ, ਜੇ ਉੱਥੋਂ ਲਾਮਬੰਦ ਕਰਕੇ ਲਿਆਉਂਦਾ ਪੰਜਾਬ ਤੋਂ ਵੀ ਚਲੋ ਵੀ ਦਿੱਲੀ ਨੂੰ, ਉਹਨਾਂ ਵੀ ਲੀਡਰਾਂ ਨੂੰ ਪ੍ਰੋਬਲਮ ਆ। ਲੀਡਰਾਂ ਨੂੰ ਪ੍ਰੋਬਲਮ ਇਹ ਆ ਵੀ ਤੂੰ ਇੱਥੇ ਲਿਆ ਕੇ ਬੰਦੇ ਸੁੱਟੀ ਜਾਂਦਾ ਵਾ ਤੇ ਅਸੀਂ ਤਾਂ ਹੁਣ ਪੈਰ ਪਿਛਾਂਹ ਨੂੰ ਖਿੱਚਣੇ। ਚਲੋ ਵੀ ਗਾਟ ਦ ਪੁਆਇੰਟ, ਸ਼ੁਕਰੀਆ। ਇੱਕ ਕਾਲ ਹੋਰ ਲੈ ਲਈਏ 1046। ਹਾਂਜੀ ਰਵਾਣਾ ਸਾਹਿਬ, ਅਜੀਤ ਸਿੰਘ ਬੋਲ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਵਾਣਾ ਸਾਹਿਬ, ਇਹ ਨਾ ਐਕਚੁਅਲ ਦੇ ਵਿੱਚ ਗੱਲ ਬਹੁਤ ਕੰਪਲੈਕਸ ਹੈਗੀ ਆ। ਇਹਨੂੰ ਜਿਸ ਤਰ੍ਹਾਂ ਇਹਦੇ ਨਾਲ ਹੈਂਡਲ ਕੀਤਾ ਜਾਂਦਾ, ਮੈਨੂੰ ਕਈ ਵਾਰੀ ਬੜੀ ਹੈਰਾਨੀ ਹੁੰਦੀ ਹੈ ਕਿ ਇਮੋਸ਼ਨਸ ਦੇ ਰੱਖ ਕੇ ਉੱਪਰ ਇੰਡੀਵਿਜੂਅਲ ਲੀਡਰਸ਼ਿਪ, ਆਈ ਡੋਂਟ ਨੋ ਕਿਹੜੇ ABC ਛੋਟੇ ਮੋਟੇ ਲੀਡਰਸ਼ਿਪ ਆਪਣੀ ਲੀਡਰੀ ਚਮਕਾ ਰਹੇ ਨੇ। ਕਿਸਾਨ ਹੁਣ ਆਪਣੇ ਆਪ ਨੂੰ ਕੌਂਟਰਾਡਿਕਟ ਕਰਦੇ ਰਹਿੰਦੇ ਨੇ। ਇੱਕ ਤਾਂ ਕਹਿ ਰਹੇ ਨੇ ਕਿ ਪਿਛਲੇ 20 ਸਾਲ ਤੋਂ 30 ਸਾਲ ਤੋਂ 2 ਲੱਖ ਕਿਸਾਨ ਨੇ ਸੁਸਾਈਡ ਕਰ ਲਿਆ, 4 ਲੱਖ ਕਿਸਾਨ ਨੇ ਸੁਸਾਈਡ ਕਰ ਲਿਆ। ਸੋ ਦੈਟ ਮੀਨਸ ਸਮਥਿੰਗ ਇਜ਼ ਰੋਂਗ ਵਿਦ ਯੋਰ ਕਰੰਟ ਪਾਲਿਸੀਜ਼, ਰਾਈਟ? ਤੇ ਬਹੁਤ ਚੀਜ਼ਾਂ ਨੂੰ ਮਿਲ ਬੈਠ ਕੇ ਇਹ ਡਿਸਕਸ ਕਰਨ ਵਾਲੀਆਂ ਚੀਜ਼ਾਂ ਨੇ। ਇਟਸ ਵੈਰੀ ਕੰਪਲੈਕਸ। ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਸੇਖੋ ਸਾਹਿਬ ਆਪਣੇ ਕੋਲ ਸਮਾਂ ਉਨਾ ਕੀ ਹੋਣਾ ਹੈ, 2-3 ਕਾਲਾਂ ਲਈਆਂ ਨੇ, ਇਹਨਾਂ ਸਾਰਿਆਂ ਨੂੰ ਥੋੜ੍ਹਾ ਬਹੁਤਾ ਸੰਖੇਪ ਦੇ ਵਿੱਚ ਵੈਰੀ ਬਰੀਫਲੀ ਤੁਸੀਂ ਟੱਚ ਕਰ ਸਕਦੇ ਹੋ ਤੇ ਸਾਰੀ ਗੱਲ ਨੂੰ ਕਨਕਲੂਡ ਵੀ ਕਰੀਏ। ਹੁਣ ਤੱਕ ਜਿਹੜੀ ਗੱਲਬਾਤ ਹੋਈ ਹੈ ਉਹਦੇ ਨਾਲ, ਤੇ ਜਿੱਥੇ ਹੁਣ ਐਜੂਟੇਸ਼ਨ ਖੜੀ ਹੈ ਉਹਦੇ ਬਾਰੇ ਤੁਹਾਡੇ ਸੰਖੇਪ ਜੇ ਕਮੈਂਟ ਆਪਾਂ ਕਨਕਲੂਡਿੰਗ ਰਿਮਾਰਕਸ ਦੇ ਵਿੱਚ ਸ਼ਾਮਲ ਕਰਾਂਗੇ। ਸਾਡੇ ਸ਼ਾਮਲ ਨੇ ਕਰਨਵੀਰ ਸਿੰਘ ਸੇਖੋ ਹੋਣੀ, ਨੌਜਵਾਨ ਪ੍ਰੋਫੈਸ਼ਨਲ NRI ਜਿਹੜੇ ਕਿ ਭਾਰਤ ਦਾ ਗੇੜਾ ਕੱਢ ਕੇ ਆਏ ਨੇ ਔਰ ਖਾਸਾ ਸਮਾਂ ਉੱਥੇ ਲਾ ਕੇ ਆਏ ਨੇ, ਨੌਕਰੀ ਛੱਡ ਕੇ ਜਾ ਸਮਾਂ ਘਟਦਾ ਜਾ ਰਿਹਾ ਜੀ। ਕਾਲਸ ਆਪਾਂ 3-4 ਪਹਿਲਾਂ ਲਈਆਂ ਸੀ, ਇੱਕ ਕਾਲ ਹੋਰ ਲੈ ਲਈਏ ਫਿਰ ਤਾਂ ਕਿ ਕਰਨਵੀਰ ਸਿੰਘ ਹੋਣੀ ਸਾਰਿਆਂ ਤੇ ਹੀ ਚਾਨਣਾ ਪਾ ਸਕਣਗੇ। ਸੁਮਿਤ ਸਿੰਘ ਜੀ, ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜੀ ਕਰਨਵੀਰ ਸਿੰਘ ਹੋਣਾ ਨਾ 2-3 ਮਹੀਨਿਆਂ ਤੋਂ ਆਵਾਜ਼ ਕਰਦਾ ਸੀਗਾ। ਮੈਂ ਇਹਨਾਂ ਨੂੰ ਦੇਖ ਰਿਹਾ ਸੀ, ਇਹ ਗਏ ਸੀਗੇ ਕਿਸਾਨੀ ਸੰਘਰਸ਼ ਦੇ ਵਿੱਚ, ਮੈਂ ਇਹਨਾਂ ਨੂੰ ਲਾਈਵ ਰੋਜ਼ ਦੇਖਦਾ ਸੀਗਾ। ਤੇ ਬਹੁਤ ਵੱਡੀ ਗੱਲ ਆ ਕਿ ਬਾਈ ਨੂੰ ਪ੍ਰਾਊਡ ਹੈ, ਬਾਈ ਦੇ ਉੱਤੇ ਸਾਨੂੰ ਵੀ ਬਾਈ ਇੰਨਾ ਕੁ ਕਰ ਰਿਹਾ ਵਾ ਤੇ ਬਹੁਤ ਪ੍ਰਾਊਡ ਆ। ਬਸ ਇੰਨੀ ਗੱਲ ਹੀ ਕਹਿਣੀ। ਗੁੱਡ ਜੌਬ, ਪ੍ਰਾਊਡ ਕਰਕੇ ਤਾਂ ਆਪਾਂ ਲੈ ਕੇ ਆਏ ਹਾਂ। ਸੋ ਕਰਨਵੀਰ ਜੀ, ਯੂ ਹੈਵ ਫੈਨਸ ਆਊਟ ਦੇਅਰ
ਦੱਸੋ ਜੀ, ਸਾਰੀਆਂ ਇਹਨਾਂ ਕਾਲਸ ਦੇ ਮੱਦੇਨਜ਼ਰ ਮੇਰਾ ਖਿਆਲ ਜਿਹੜਾ ਮਹੱਤਵਪੂਰਨ ਸਵਾਲ ਸੀਗਾ ਕਿ ਤੁਸੀਂ ਲੱਖੇ ਦੀ ਸਿਫਤ ਜ਼ਿਆਦਾ ਕਰਤੀ। ਨਹੀਂ ਲੱਖੇ ਦੀ ਸਿਫਤ ਨਹੀਂ ਕੀਤੀ ਜੀ, ਕਿਸੇ ਦੀ ਸਿਫਤ ਨਹੀਂ ਕੀਤੀ ਹੈਗੀ। ਸਾਰੀ ਸੰਗਤ ਨੂੰ ਪਹਿਲਾਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਵਾਹਿਗੁਰੂ ਆਪ ਅਗਵਾਈ ਕਰ ਰਹੇ ਇਸ ਅੰਦੋਲਨ ਦੀ। ਸੋ ਬੇਨਤੀ ਕਰਦੇ ਆ ਸੰਗਤ ਦੇ ਚਰਨਾਂ ਦੇ ਵਿੱਚ ਵੀ ਇਤਿਹਾਸ ਆਪਾਂ ਕਿਸਾਨਾਂ ਦਾ ਪੜ੍ਹ ਲਈਏ। 1907 ਦਾ ਅੰਦੋਲਨ ਚੱਕ ਲਈਏ ਜਿਹੜਾ ਚਾਚਾ ਅਜੀਤ ਸਿੰਘ ਨੇ ਕੀਤਾ ਸੀ, ਬਾਰਡੋਲੀ ਸੱਤਿਆਗ੍ਰਹਿ 1928 ਦਾ, 1918 ਦਾ ਖੇੜਾ ਅੰਦੋਲਨ, ਚੰਪਾਰਨ ਅੰਦੋਲਨ, ਠੀਕ ਹੈ ਨਾ, ਜਿਹੜਾ ਵੀ ਅੰਦੋਲਨ ਲੈ ਲਓ, ਚਾਹੇ ਸਰਦਾਰ ਪਟੇਲ ਨੇ ਲੀਡ ਕੀਤਾ, ਚਾਹੇ ਮਹਾਤਮਾ ਗਾਂਧੀ ਨੇ ਕੀਤਾ। ਪਹਿਲੀਆਂ 2 ਮੰਗਾਂ ਹਰੇਕ ਅੰਦੋਲਨ ਦੇ ਵਿੱਚ ਉਹ ਪੁੱਛੀਆਂ ਜਾਂਦੀਆਂ ਸੀਗੀਆਂ ਵੀ ਤੁਸੀਂ ਸੱਤਿਆਗ੍ਰਹਿ ਤੋਂ ਪਿੱਛੇ ਨਹੀਂ ਹਟਣਾ ਕਦੇ ਵੀ। ਸੋ ਦੁਬਾਰਾ ਇਹ ਸ਼ਬਦ ਨੂੰ ਰਿਸਰਚ ਕਰ ਲਓ, ਸੱਤਿਆਗ੍ਰਹਿ ਦਾ ਮਤਲਬ ਕੀ ਹੈ। ਨਿਊਯਾਰਕ ਟਾਈਮਸ, BBC ਵੀ ਆਰਟੀਕਲ ਲਿਖ ਚੁੱਕਾ ਸੱਤਿਆਗ੍ਰਹਿ ਦੇ ਉੱਤੇ। ਦੂਜੀ ਸ਼ਰਤ ਵੀ ਚਾਹੇ ਪੁਲਿਸ ਆਵੇ ਤੁਹਾਨੂੰ ਅਰੈਸਟ ਕਰਨ ਵਾਸਤੇ, ਠੀਕ ਹੈ ਨਾ, ਚਾਹੇ ਤੁਹਾਡੀਆਂ ਜ਼ਮੀਨਾਂ ਕੌਨਫਿਸਕੇਟ ਕਰਕੇ ਨਿਲਾਮੀ ਹੋ ਜੇ, ਚਾਹੇ ਤੁਹਾਡੀ ਕੈਟਲ ਕੌਨਫਿਸਕੇਟ ਹੋ ਜੇ, ਤੁਸੀਂ ਪਿੱਛੇ ਨਹੀਂ ਹਟੋਗੇ। ਉਹ ਸਾਰਾ ਕੁਝ ਆਪਾਂ ਵਾਪਸ ਲੈ ਆਵਾਂਗੇ। ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਾਂਗੇ ਵੀ ਹਾਂਜੀ 25% ਟੈਕਸ ਨਾ ਲਾਓ, ਸਾਡੀ ਪੂਰੀ ਜ਼ਮੀਨ ਨਾ ਦੱਬੋ, ਅੱਧੀ ਦੱਬ ਲਓ, 2% ਟੈਕਸ ਲਾ ਲਓ, ਕੋਈ ਕੰਪਰੋਮਾਈਜ਼ ਨਹੀਂ ਕਰਨਾ ਹੈਗਾ, ਪੂਰਾ ਲੈਣਾ ਹੱਕ ਆਪਦਾ। ਸੋ ਜਿਹੜਾ ਲੱਖਾ ਸਧਾਣਾ ਬਾਈ ਬਾਰੇ ਜਿਹੜੇ ਵੀਰ ਜੀ ਗੱਲ ਕਹਿ ਰਹੇ ਸੀ ਵੀ ਉਹਨਾਂ ਨੇ ਕਿਹਾ ਵੀ ਪੁਲਿਸ ਆਊਗੀ ਉਹਦਾ ਗਰਾਰੀਆ ਚਲਾਓ, ਮੈਨੂੰ ਪਤਾ ਨਹੀਂ ਹੈਗਾ, ਵੈਸੇ ਚਲੋ ਮੈਂ ਨਹੀਂ ਸੁਣੀ ਉਹ ਗੱਲ, ਬਟ ਮੈਨੂੰ ਜਿੱਥੇ ਤੱਕ ਨੌਲੇਜ ਹੈ ਸ਼ਾਇਦ ਇਹ ਗੱਲ ਕਹੀ ਗਈ ਹੋਈ ਪੁਲਿਸ ਆਊਗੀ, ਉਹਨਾਂ ਨੂੰ ਲੰਗਰ ਪਾਣੀ ਛਕਾਓ, ਲੋਕਲ ਅਥਾਰਟੀ ਦੇ ਆਉਣ ਦੀ ਵੇਟ ਕਰੋ। ਨਹੀਂ ਉਹਨਾਂ ਦੇ ਲਫ਼ਜ਼ ਜਿਹੜੇ ਅਖਬਾਰਾਂ ਛਪੇ ਨੇ ਇਹ ਸੀਗੇ ਕਿ ਦਿੱਲੀ ਪੁਲਿਸ ਜੇ ਆ ਗਈ ਤਾਂ ਘਰਾਓ ਕਰ ਲਿਓ, ਯਾਨੀ ਪ੍ਰਵੋਕ ਕਰਨ ਵਾਲੀ ਇਸ਼ਾਰੇ ਸੀਗੇ। ਖੈਰ ਮੇਰਾ ਖਿਆਲ ਹੈ ਕਿ ਤੁਸੀਂ ਸਹਿਮਤ ਹੋਗੇ, ਕਮੈਂਟ ਕਰ ਦਿਓ ਤੁਸੀਂ। ਮੈਂ ਥੋੜਾ ਜਿਹਾ ਸਵਾਲ ਨੂੰ ਹੋਰ ਤਰੀਕੇ ਨਾਲ ਪੇਸ਼ ਕਰਦਾ ਕਿ ਕੋਈ ਵਿਅਕਤੀ ਵਿਸ਼ੇਸ਼ ਮਹੱਤਵਪੂਰਨ ਨਹੀਂ ਹੈ, ਕੋਈ ਵਿਅਕਤੀ ਵਿਸ਼ੇਸ਼ ਮਹੱਤਵਪੂਰਨ ਨਹੀਂ ਹੋ ਸਕਦਾ, ਮਹੱਤਵਪੂਰਨ ਹੈ ਮੰਗਾਂ ਤੇ ਲੜਨਾ, ਖੜਨਾ ਤੇ ਜਿੱਤਣਾ। ਬਿਲਕੁਲ ਬਿਲਕੁਲ। ਸੋ ਇਹਦੇ ਵਾਸਤੇ ਚਾਹੇ ਤੁਹਾਨੂੰ ਆਪਦੀ ਜੇਲ੍ਹ ਜਾਣਾ ਪਵੇ, ਚਾਹੇ ਤੁਹਾਨੂੰ ਗ੍ਰਿਫਤਾਰੀ ਦੇਣੀ ਪਵੇ, ਸੋ ਆਪਦਾ ਤਿਆਰ ਰਹੋ। ਚੌਧਰੀ ਚਰਨ ਸਿੰਘ ਜੀ ਨੇ ਵੀ ਕਿਹਾ ਵੀ ਜੇ ਸਰਕਾਰ ਤੇ ਮੀਡੀਆ ਮੇਰੀ ਤਾਰੀਫ ਕਰਨ ਲੱਗੀ ਤਾਂ ਇਹਦਾ ਮਤਲਬ ਵੀ ਮੈਂ ਵਿਕ ਚੁੱਕਿਆ। ਸੋ ਇਤਿਹਾਸ ਥੋੜਾ ਜਿਹਾ ਆਪਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਾਈਏ, ਸਾਰੇ ਜਵਾਬ ਮਿਲ ਜਾਣਗੇ। ਇਹ ਸਰਕਾਰ ਕਾਲੀ ਚਮੜੀ ਵਾਲੇ ਗੋਰਿਆਂ ਦੀ ਸਰਕਾਰ ਹੈ। ਇੰਡੀਅਨ ਪੁਲਿਸ ਐਕਟ ਵੀ ਉਹੀ ਹੈ ਜਿਹੜਾ 1947 ਤੋਂ ਪਹਿਲਾਂ ਬਣਿਆ, ਗੋਰਿਆਂ ਨੇ ਬਣਾਇਆ। ਇੰਡੀਅਨ ਇੰਡੀਪੈਂਡੈਂਸ ਐਕਟ ਦੇ ਤਹਿਤ ਜਿਹੜਾ ਬ੍ਰਿਟਿਸ਼ ਪਾਰਲੀਮੈਂਟ 'ਚ ਪਾਸ ਹੋਇਆ, ਉਹਦੇ ਤਹਿਤ ਆਪਾਂ ਆਜ਼ਾਦ ਹੋਇਆ। ਪੂਰਨ ਤੌਰ ਤੇ ਆਜ਼ਾਦ ਹੀ ਆਪਾਂ ਹੋਏ ਨਹੀਂ ਹੈਗੇ। ਸੋ ਹਜੇ ਵੀ ਆਪਣੇ ਦੇਸ਼ ਦੇ ਉੱਤੇ ਪੂਰਾ ਖਤਰਾ ਮੰਡਰਾ ਰਿਹਾ। ਇੰਟਰਨੈਸ਼ਨਲ ਕੰਪਨੀਆਂ ਦਾ, ਮਨਸੈਂਟੋ ਵਰਗੀਆਂ ਕੰਪਨੀਆਂ ਅੰਦਰ ਵੜ ਚੁੱਕੀਆਂ ਨੇ। ਜੇ ਇਹ ਸੈਂਟਰ ਸਰਕਾਰ ਨੂੰ ਨਾ ਦੱਸਿਆ ਗਿਆ ਵੀ ਇਹ ਸਟੇਟ ਸਬਜੈਕਟ ਇੰਟਰਫੇਅਰ ਕਰਨਾ ਨਾ ਛੱਡਣ, ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਕਿਸਾਨ ਦੇ ਜ਼ਮੀਨ ਦੇ ਵਿੱਚੋਂ ਆ ਕੇ ਬੀਜ ਕੱਢਣਗੇ ਸੀਡ ਪੁਲਿਸ ਵਾਲੇ, ਤੇ ਉਹ ਕਹਿਣਗੇ ਆਹ ਬੀਜ ਉਹ ਨਹੀਂ ਹੈਗਾ ਜਿਹੜਾ ਸਰਕਾਰ ਨੇ ਕਿਹਾ ਸੀ, ਤੇ ਉਹਨੂੰ ਅਰੈਸਟ ਕੀਤਾ ਜਾਊਗਾ। ਸੋ ਤਿਆਰ ਰਹਿਣ ਜਿਹੜੇ ਮੇਰੇ ਵੀਰ ਇਹ ਸੋਚਦੇ ਨੇ ਵੀ ਇਹ ਅੰਦੋਲਨ ਆਪਾਂ ਹਲਕੇ 'ਚ ਲੈਣਾ ਹੈਗਾ, ਉਹਨਾਂ ਨੂੰ ਬਿਲਕੁਲ ਤਿਆਰ ਰਹਿਣ ਵੀ ਅੱਗੇ ਬਣਨੇ ਕੀ ਹੈਗਾ। ਲੋਕ ਕਰਨਵੀਰ ਸਿੰਘ ਅੰਦਾਜ਼ੇ ਲਾਉਂਦੇ ਨੇ ਬਾਹਰ ਬੈਠੇ, ਤੁਸੀਂ ਤਾਜ਼ੇ ਆਏ ਹੋ, ਤੁਸੀਂ ਬਿਹਤਰ ਚਾਨਣਾ ਪਾ ਸਕਦੇ ਹੋ ਕਿ ਇਸ ਸੰਘਰਸ਼ ਦੇ ਵਿੱਚ ਨਰੋਲ ਕਿਸਾਨੀ ਸੰਘਰਸ਼ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਲੜਿਆ ਜਾ ਰਿਹਾ ਹੈ ਦੇ ਵਿੱਚੋਂ ਕੁਝ ਸਿਆਸੀ ਤਨਜ਼ੀਮ, ਕੁਝ ਐਸੀ ਪਾਰਟੀ ਨਿਕਲ ਸਕਦੀ ਹੈ, ਕਿਉਂਕਿ ਪੁਰਾਣੀਆਂ ਐਸਟੈਬਲਿਸ਼ ਪਾਰਟੀਆਂ ਤੋਂ ਲੋਕ ਅੱਕ ਗਏ ਨੇ, ਥੱਕ ਗਏ ਨੇ। ਇਹਦੇ ਵਿੱਚੋਂ ਕੁਝ ਲੋਕ ਤਾਂ ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਇਹ ਸਾਰੀ ਕੀਤਾ ਕਰਾਇਆ, ਕੁਝ ਲੋਕ ਕਹਿੰਦੇ ਕਿ ਨਵਾਂ ਕੁਝ ਨਿਕਲੂਗਾ, ਕਿਸਾਨਾਂ ਦੀ ਆਪਦੀ ਪਾਰਟੀ ਬਣੂ। ਤੁਸੀਂ ਕੁਝ ਐਸਾ ਭਾਂਪ ਕੇ ਆਏ ਹੋ ਕਿ ਵਿੱਚੋਂ ਕੁਝ ਸਿਆਸੀ ਨਿਕਲ ਸਕਦਾ? ਸਰ ਮੈਂ ਜਿੰਨੇ ਵੀ ਅੰਦੋਲਨ ਦੇਖੇ ਨੇ ਹੁਣ ਤੱਕ ਜਾਂ ਪੜ੍ਹਿਆ ਹਿਸਟਰੀ, ਮੈਂ ਤਾਂ ਤੁਹਾਨੂੰ ਪਤਾ ਵੀ ਕਾਫੀ ਜਗ੍ਹਾ ਤੇ ਇਤਿਹਾਸ ਦੀ ਜਿਹੜੀ ਜਾਣਕਾਰੀ ਮੈਂ ਕੀਤੀ ਹੈ ਉਹਦੇ ਬੇਸ ਤੇ ਮੈਨੂੰ ਫਿਲਹਾਲ ਨਹੀਂ ਲੱਗਦਾ ਹੈਗਾ ਵੀ ਇਸ ਅੰਦੋਲਨ ਦੇ ਵਿੱਚ ਕੁਝ ਵੀ ਰਾਜਨੀਤਿਕ ਹੈ। ਜਦੋਂ ਆਪਾਂ ਇਸ ਅੰਦੋਲਨ ਨੂੰ ਕਹਿੰਦੇ ਆ ਵੀ ਇਹ ਰਾਜਨੀਤਿਕ ਹੈ, ਜਿਹਨੂੰ ਆਮ ਆਦਮੀ ਪਾਰਟੀ ਨੇ ਕੀਤਾ ਹੈਗਾ ਹਾਈਜੈਕ, ਉਹਦਾ ਮਤਲਬ ਹੈਗਾ ਵੀ ਤੁਸੀਂ ਸਰਕਾਰ ਦੇ ਪ੍ਰੋਪਾਗੈਂਡਾ ਦੇ ਮਸ਼ੀਨ ਬਣ ਗਏ ਹੋ ਤੁਸੀਂ। ਉਹੀ ਕਿਉਂਕਿ ਤੁਸੀਂ ਇਹ ਦੇਖੋ ਕਿਹੜਾ ਨੇਤਾ ਸਟੇਜ ਤੇ ਆ ਕੇ ਬੋਲਣ ਦਿੱਤਾ ਹੈ। ਪ੍ਰਿਯੰਕਾ ਗਾਂਧੀ ਵੀ ਆਪਣੇ ਵੀਰ ਨਵਰੀਤ ਹੁੰਦਲ, ਪਹਿਲਾਂ ਤਾਂ ਸਾਰਿਆਂ ਨੂੰ ਸ਼ਰਧਾਂਜਲੀ ਹੈ ਵੀਰ ਨੂੰ ਜਿਹੜੇ ਆਸਟ੍ਰੇਲੀਆ ਤੋਂ ਸਪੈਸ਼ਲੀ ਗਏ ਤੇ ਉਹਨਾਂ ਨੇ ਉੱਥੇ ਸ਼ਹਾਦਤ ਹੋਈ ਹੈ। ਪੁਲਿਸ ਨੇ ਉਹਨਾਂ ਦੇ ਟੀਅਰ ਗੈਸ ਦਾ ਛੱਲ ਮਾਰਿਆ, ਉਹ ਟਰੈਕਟਰ ਪਲਟ ਗਿਆ ਉਹਨਾਂ ਦਾ। ਸੋ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਫੈਮਿਲੀ ਨੂੰ ਪ੍ਰੇਅਰ ਤੇ ਥਾਟ ਸਾਡੇ ਹੈਗੇ ਨੇ, ਉਹਨਾਂ ਨਾਲ ਖੜੇ ਆ ਸਾਰੇ। ਸੋ ਕਹਿਣ ਤੋਂ ਭਾਵ ਉੱਥੇ ਵੀ ਪ੍ਰਿਯੰਕਾ ਗਾਂਧੀ ਗਈ ਹੈ। ਸੋ ਕਹਿਣ ਤੋਂ ਭਾਵ ਕਿਸੇ ਕਿਸਾਨ ਅੰਦੋਲਨ ਦੀ ਸਟੇਜ ਉੱਤੇ ਕੋਈ ਨੇਤਾ ਨਹੀਂ ਚੜ੍ਹ ਕੇ ਬੋਲਦਾ ਹੈਗਾ। ਸੋ ਇਹ ਕਿਸਾਨੀਆਂ ਦਾ ਸੰਘਰਸ਼ ਹੈ, ਕੋਈ ਰਾਜਨੀਤਿਕ ਸੰਘਰਸ਼ ਨਹੀਂ ਹੈਗਾ। ਸੋ ਦੁਬਾਰਾ ਰਿਪੀਟ ਕਰ ਦਈਏ, ਕਿਸਾਨ ਨੇਤਾ ਦੀ ਡੈਫੀਨੇਸ਼ਨ ਨੌਨ ਪੋਲੀਟੀਕਲ, ਕੋਈ ਪੋਲੀਟੀਕਲ ਅਪੇਕਸ਼ਾ ਨਹੀਂ, ਨੌਨ ਰਿਲੀਜੀਅਸ, ਜਿਵੇਂ ਫਸਲਾਂ ਦਾ ਕੋਈ ਧਰਮ ਨਹੀਂ, ਸਾਡੇ ਕਿਸਾਨ ਨੇਤਾ ਦਾ ਕੋਈ ਧਰਮ ਨਹੀਂ, ਨੌਨ ਕੰਪਰੋਮਾਈਜ਼, ਪੂਰਾ ਹੱਕ ਦਿਵਾਉਣਾ ਕਿਸਾਨਾਂ ਦਾ, ਸਰਕਾਰ ਨਾਲ ਕੋਈ ਬਿਜ਼ਨਸ ਨੈਗੋਸੀਏਸ਼ਨ ਨਹੀਂ ਕਰਨੀ, ਤੇ ਫਰਮ, ਜ਼ਿੱਦੀ, ਹੱਦ ਤੋਂ ਵੱਧ ਧੰਨੇ ਵਾਂਗੂ ਪੱਥਰਾਂ ਚੋਂ ਰੱਬ ਪ੍ਰਗਟ ਕਰਨ ਵਾਲੇ ਨੇਤਾ ਜਿਵੇਂ ਸਰਦਾਰ ਗੁਰਨਾਮ ਸਿੰਘ ਚੜੂਨੀ ਸਾਹਿਬ ਹੋਰੀ ਹੋ ਗਏ, ਜਾਂ ਤੁਹਾਡੇ ਆਪਣੇ ਹੁਣ ਟਕੈਤ ਸਾਹਿਬ ਨੇ ਕਿੰਨਾ ਵਧੀਆ ਸਟੈਂਡ ਲਿੱਤਾ ਹੋਇਆ ਹੈਗਾ। ਸੋ ਆਪਣੇ ਪੰਦੇਰ ਤੇ ਪੰਨੂ ਸਾਹਿਬ ਹੋ ਗਏ, ਠੀਕ ਹੈ ਨਾ। ਸੋ ਹੋਰ ਵੀ ਕਿੰਨੇ ਨੇਤਾ ਹੈਗੇ ਨੇ, ਮੈਂ ਕਿਸੇ ਨੂੰ ਨਾਂ ਨਹੀਂ ਮਿਸ ਕਰਨਾ ਚਾਹੁੰਦਾ, ਬਟ ਕਹਿਣ ਤੋਂ ਭਾਵ ਜਿਹੜੇ ਨੇਤਾ ਤੇ ਸਭ ਤੋਂ ਵੱਧ ਪਰਚੇ ਨੇ ਉਹੀ ਸੱਚਾ ਹੈ, ਇਹ ਗੱਲ ਸਮਝ ਲਈ ਜਾਵੇ। ਹੁਣ ਆਪਣੇ ਨਵਦੀਪ ਬਾਈ ਨੇ ਜਦੋਂ ਉਹ ਬੰਦ ਕੀਤਾ ਹੈਗਾ ਉੱਤੇ ਚੜ੍ਹ ਕੇ ਉਹ ਤੁਹਾਡਾ ਪਾਣੀ ਦਾ ਵਾਟਰ ਕੈਨਨ,
ਉਹਦੇ ਉੱਤੇ 307 ਦਾ ਪਰਚਾ ਬਣਾਇਆ ਇਹਨਾਂ ਨੇ। ਹੁਣ ਤੁਸੀਂ ਦੱਸੋ ਵੀ ਪਾਣੀ ਦਾ ਵਾਟਰ ਕੈਨਨ ਬੰਦ ਕਰਨ ਨਾਲ ਕਿਹੜਾ ਅਟੈਂਪਟ ਟੂ ਮਰਡਰ ਦਾ ਪਰਚਾ? ਇਹ ਤਾਂ ਕੋਈ ਸ਼ਾਇਦ ਕ੍ਰਾਈਟੇਰੀਆ ਠੀਕ ਨਾ ਹੋਵੇ ਸੇਖੋ ਸਾਹਿਬ ਕਿ ਜਿਹਦੇ ਤੇ ਪਰਚੇ ਜ਼ਿਆਦੇ ਨੇ, ਕਿਉਂਕਿ ਤੁਸੀਂ ਜਿਹੜੇ ਮਹੱਤਵਪੂਰਨ ਵਿਅਕਤੀ ਸੀਗੇ ਜਿਹਨੇ ਪਹਿਲਾਂ 50-60 ਦਿਨ ਸੰਘਰਸ਼ ਦੇ ਮੂਹਰੇ ਰਹੇ, ਉਹਨਾਂ ਨੂੰ ਹੁਣ ਪੁੱਛਦਾ ਨਹੀਂ। ਟਕੈਤ ਸਾਹਿਬ ਦੇ ਹੰਝੂ ਜਿਹੜੇ ਕਮੇਟੀ 'ਚ ਵੀ ਨਹੀਂ ਸੀਗੇ ਪਹਿਲਾਂ, ਹੁਣ ਸਭ ਤੋਂ ਜ਼ਿਆਦਾ ਉਹ ਫੋਕਸ ਦੇ ਵਿੱਚ ਆ ਗਏ ਨੇ। ਮੇਰਾ ਖਿਆਲ ਹੈ ਸ਼ਾਇਦ ਠੀਕ ਨਾ ਹੋਵੇ, ਸਮਾਂ ਵੀ ਘੱਟ ਗਿਆ। ਹੁਣ ਤੁਸੀਂ ਜਾਣ ਲੱਗੇ 1.5 ਮਿੰਟ ਦੇ ਵਿੱਚ ਕਰਿਓ ਇਹ 'ਤੇ ਆਪਣੀ ਟਿੱਪਣੀ। ਸਰ ਮੈਂ ਇਹਦੇ ਬਾਰੇ ਕੋਈ ਜ਼ਿਆਦਾ ਟਿੱਪਣੀ ਕਰ ਨਹੀਂ ਸਕਦਾ, ਮੈਂ ਛੋਟਾ ਜਿਹਾ ਸਿਪਾਹੀ ਹੈਗਾ, ਬਟ ਮੈਂ ਟਕੈਤ ਸਾਹਿਬ ਨੂੰ ਜਿੰਨਾ ਕੁ ਪਰਸਨਲੀ ਜਾਣਦਾ ਹੈਗਾ, ਉਹ ਲੋਕਾਂ ਦੇ ਵਿੱਚ ਵਿਚਰਨ ਵਾਲੇ ਨੇਤਾ ਹੈਗੇ ਨੇ। ਸ਼ੁਰੂ ਤੋਂ ਹੀ ਮੈਂ ਉਹਨਾਂ ਨੂੰ, ਗਾਜ਼ੀਪੁਰ ਮੇਰਾ ਬਾਰਡਰ ਹੈਗਾ, ਸੋ ਉਹਨਾਂ ਨੂੰ ਮੈਂ ਕਦੇ ਐ ਨਹੀਂ ਦੇਖਿਆ ਹੈਗਾ ਵੀ ਉਹ ਕਿਸੇ ਦਾ ਜਵਾਬ ਨਾ ਦੇਣ। ਮੈਂ ਕਦੇ ਵੀ ਉਹਨਾਂ ਨੂੰ ਮਿਲ ਸਕਦਾ, ਕੋਈ ਵੀ ਕਿਸਾਨ ਬੱਚਾ ਮਿਲ ਸਕਦਾ ਹੈ, ਕੋਈ ਵੀ ਬੰਦਾ ਉਹਨਾਂ ਨੂੰ ਮਿਲ ਸਕਦਾ ਹੈਗਾ। ਪਰ ਤੁਸੀਂ ਆਸਵੰਦ ਹੋ, ਤੁਸੀਂ ਸੰਤੁਸ਼ਟ ਹੋ ਆਪਣੀ ਇਸ ਫੇਰੀ ਤੋਂ, ਤੇ ਤੁਸੀਂ ਸਮਝਦੇ ਹੋ ਕਿ ਬਾਹਰਲੀ ਦੁਨੀਆ ਦੇ ਵਿੱਚ ਬੈਠੇ ਜਿਹੜੇ ਹਤੈਸ਼ੀ ਨੇ ਪੰਜਾਬੀ ਦੇ, ਕਿਸਾਨੀ ਦੇ, ਉਹਨਾਂ ਦਾ ਰੋਲ ਹੈਗਾ? ਉਹਨਾਂ ਦਾ ਰੋਲ ਹੈਗਾ। ਸਭ ਤੋਂ ਵੱਧ ਸੰਤੁਸ਼ਟੀ ਮੈਨੂੰ ਹੈਗੀ ਹੈ ਆਪਦੇ ਸੰਵਿਧਾਨ ਕਰਕੇ। ਨਾਗਪੁਰ ਦੀ ਧਰਤੀ ਨੂੰ ਤੀਰਥ ਸਥਾਨ ਬਣਾਉਣਾ ਚਾਹੀਦਾ ਇੰਡੀਆ ਦੇ ਵਿੱਚ, ਜਿੱਥੋਂ ਪੂਰੇ ਦੇਸ਼ ਦੇ ਨਕਸ਼ੇ ਬਣਾਏ ਗਏ, ਮੈਪਸ। ਉਵੇਂ ਹੀ ਜੀਓ ਪੋਲੀਟੀਕਲ ਮੈਪ ਜਿਹੜਾ ਹੈਗਾ, ਅੱਜ ਵੀ ਪੋਲੀਟੀਕਲ ਗਲਿਆਰਿਆਂ ਦੇ ਵਿੱਚ ਨਾਗਪੁਰ, ਜਿੱਥੇ ਸਪੈਸ਼ਲੀ RSS ਦਾ ਹੈੱਡਕੁਆਟਰ ਹੈ, ਉਹਦੀ ਆਵਾਜ਼ ਜਦੋਂ ਆਉਂਦੀ ਹੈ ਨਾ ਤਾਂ ਪੂਰਾ ਪੋਲੀਟੀਕਲ ਸਟਰਕਚਰ ਹਿਲਦਾ ਇੰਡੀਆ ਦਾ। ਉੱਥੇ ਆਪਣੇ ਦੇਸ਼ ਦੇ RSS ਨੇ ਕਹਿੰਦੇ ਤਿਰੰਗਾ ਨਹੀਂ ਚਲਾਇਆ ਬਹੁਤ ਦੇਰ ਤੱਕ, ਉਹਨਾਂ ਦੀ ਕੋਈ ਰੜਕ ਸੀ? ਨਹੀਂ ਚਲਾਇਆ ਸਰ, ਪਰ ਭੀਮ ਰਾਓ ਅੰਬੇਦਕਰ ਸਾਹਿਬ ਆਪਣੇ ਫਾਊਂਡਿੰਗ ਫਾਦਰ, ਉਹਨਾਂ ਦੇ ਵਿਸ਼ਵਾਸ ਰੱਖੋ। ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀਗਾ ਵੀ ਇਹ ਪ੍ਰੋਬਲਮ ਕ੍ਰੀਏਟ ਕਰਨਗੇ। ਉਹਨਾਂ ਦੇ ਨੱਕ ਦੇ ਥੱਲੇ ਦੀਕਸ਼ਾ ਭੂਮੀ ਦਾ 31 ਸਾਲਾਂ ਬਾਅਦ ਸੰਘਰਸ਼ ਕੀਤਾ 1950। ਚਲੋ ਖੈਰ ਲੰਬਾ, ਆਪਣੀਆਂ ਗੱਲਾਂ ਲੰਬੀਆਂ ਹੋ ਜਾਣੀਆਂ ਕਰਨਵੀਰ, ਆਪਾਂ ਫੇਰ ਕਿਸੇ ਦਿਨ, ਕਿਉਂਕਿ ਹੁਣ ਤੁਸੀਂ ਆ ਗਏ ਹੋ ਵਾਪਸ ਇਹਨਾਂ ਮੁਲਕਾਂ ਦੇ ਵਿੱਚ, ਫੇਰ ਕਿਸੇ ਦਿਨ ਤੁਹਾਡੇ ਨਾਲ ਗੱਲ ਕਰਾਂਗੇ ਔਰ ਖੁੱਲੀਆਂ ਕਾਲਾਂ ਵੀ ਲਵਾਂਗੇ। ਅੱਜ ਸਮਾਂ ਲਗਭਗ ਸਮਾਪਤ ਹੈ। ਮੈਂ ਤੁਹਾਡਾ ਨਿੱਜੀ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ, ਤੁਸੀਂ ਸਮਾਂ ਕੱਢਿਆ, ਮਿਹਰਬਾਨੀ।